ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਸੰਧਿਆ ਦੇ ਵਿਸ਼ੇਸ਼ ਦੀਵਾਨਾਂ ਦਾ ਆਪ ਜੀ ਆਨੰਦ ਮਾਣ ਰਹੇ ਹੋ। ਪੰਥ ਦੀਆਂ ਮਹਾਨ ਸ਼ਹਾਦਤਾਂ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਵਾਰਿਆ ਹੈ, ਉੱਥੇ ਸੈਂਕੜੇ ਗੁਰੂ ਕੇ ਸਿੰਘ ਖਾਲਸੇ ਤੇ ਸਿੰਘਣੀਆਂ ਵੀ ਸ਼ਹੀਦ ਹੋਈਆਂ। ਜਿਸ ਵੇਲੇ ਗੁਰੂ ਸਾਹਿਬ ਜੀ ਨੇ ਸਰਸਾ ਨਦੀ ਨੂੰ ਪਾਰ ਪਰਿਵਾਰ ਦੇ ਸਮੇਤ ਇਕੱਠਿਆਂ ਕੀਤਾ, ਪਰ ਸਰਸਾ ਦੇ ਤੇਜ਼ ਵਹਾਅ ਕਾਰਨ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਪਰਿਵਾਰ ਵਿਛੋੜੇ ਦੀ ਪਾਵਨ ਧਰਤੀ ਤੋਂ ਗੁਰੂ ਕਲਗੀਧਰ ਪਾਤਸ਼ਾਹ 40 ਸਿੰਘਾਂ ਦੇ ਸਮੇਤ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਸਣੇ ਇੱਕ ਦਿਸ਼ਾ ਨੂੰ ਚੱਲੇ ਨੇ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ, ਕੁਝ ਹੋਰ ਸਿੱਖਾਂ ਦੇ ਸਮੇਤ ਰੋਪੜ ਦੀ ਦਿਸ਼ਾ ਨੂੰ ਚੱਲਦੇ ਹੋਏ ਦਿੱਲੀ ਵੱਲ ਕੂਚ ਕਰ ਗਏ। ਸਤਿਗੁਰਾਂ ਦੇ ਸਭ ਤੋਂ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾਦੀ ਮਾਂ ਗੁਜਰੀ ਦੇ ਨਾਲ ਸਰਸਾ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਨੇ। ਨਾਲ ਇੱਕ ਸਿੱਖ ਹੈ। ਚੱਲਦੇ ਚੱਲਦੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਪਹੁੰਚੇ ਨੇ। ਇਹ ਫਕੀਰ ਜਿਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੀ ਝੁੱਗੀ ਵਿੱਚ ਰਾਤ ਕਟਾਈ, ਇਹਦੀ ਪਤਨੀ ਨੇ ਬੜਾ ਅਦਬ ਅਦਾਬ ਤੇ ਸਤਿਕਾਰ ਕੀਤਾ। ਅੱਗ ਬਾਲ ਕੇ ਸਾਹਿਬਜ਼ਾਦਿਆਂ ਦੇ ਵਸਤਰਾਂ ਨੂੰ ਸੁਕਾਇਆ, ਸਾਰੀ ਰਾਤ ਪਹਿਰਾ ਦਿੱਤਾ। ਉਧਰ ਦੂਜੇ ਪਾਸੇ ਗੁਰੂ ਕਲਗੀਧਰ ਮਹਾਰਾਜ ਸਿੰਘਾਂ ਦੇ ਸਮੇਤ ਚੱਲਦੇ ਚੱਲਦੇ ਬੂਰ ਮਾਜਰੇ ਦੇ ਖੂਹ ਤੇ ਰੁਕੇ ਨੇ। ਜਲ ਛਕਿਆ, 5 ਇਸ਼ਨਾਨਾ ਕੀਤਾ। ਇਸੇ ਹੀ ਥਾਂ ਤੇ ਦਿੱਲੀ ਦਰਬਾਰ ਤੋਂ ਚੱਲਿਆ ਇੱਕ ਦੂਤ ਜੋ ਭੀਮ ਚੰਦ ਰਾਜੇ ਤੇ ਵਜ਼ੀਦ ਖਾਂ ਕੋ ਚੱਲਿਆ, ਖੁਫੀਆ ਰਿਪੋਰਟ ਲੈ ਕੇ ਜਾ ਰਿਹਾ ਹੈ ਜੋ ਸਿੰਘਾਂ ਨੂੰ ਪ੍ਰਾਪਤ ਹੋ ਗਈ। ਪਤਾ ਲੱਗਿਆ ਖਵਾਜਾ ਮਰਦੂਦ 10 ਲੱਖ ਫੌਜ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਘੇਰਾ ਪਾਉਣ ਦੇ ਲਈ ਆਏ। ਜਦੋਂ ਦਸ਼ਮੇਸ਼ ਪਿਤਾ ਕੋਲ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਗੁਰੂ ਸਾਹਿਬ ਚੱਲਦੇ ਚੱਲਦੇ ਇੱਕ ਟਿੱਬੀ ਵਾਲੇ ਪਾਸੇ ਹੋ ਗਏ। ਇੱਕ ਬਾਗ ਵਿੱਚ ਆ ਕੇ ਸਤਿਗੁਰ ਉਤਰੇ ਨੇ ਨਗਰੋਂ ਬਾਹਰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਸੁਭਾਏਮਾਨ ਹੈ, ਚਮਕੌਰ ਸਾਹਿਬ ਦੀ ਧਰਤੀ ਤੇ। ਪਿੰਡ ਦੀ ਉੱਚੀ ਗੜੀ ਵੇਖ ਕੇ ਸੱਚੇ ਪਾਤਸ਼ਾਹ ਨੇ ਸਿੰਘਾਂ ਦੇ ਸਮੇਤ ਪਹੁੰਚ ਕੀਤੀ ਆ, ਪਰ ਇਸ ਗੜੀ ਦਾ ਮਾਲਕ ਚਮਕੌਰ ਗੜੀ ਦੇਣ ਤੋਂ ਇਨਕਾਰੀ ਹੋ ਗਿਆ। ਇਹਦੇ ਭਰਾ ਨੇ ਗੁਰੂ ਕੇ ਸਿੰਘਾਂ ਨੂੰ ਅੱਧੀ ਗੜੀ ਦੇ ਦਿੱਤੀ।
ਫਿਰ ਛੱਡਣੀ ਇਹਨੂੰ ਵੀ ਪਈ। ਇਸੇ ਥਾਂ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 40 ਸਿੰਘਾਂ ਦੇ ਸਮੇਤ ਲੰਘੀ ਰਾਤ ਆ ਨਾ ਜਿਹੜੀ, ਆਪਣੇ ਖਾਲਸੇ ਦੀ ਸੇਵਾ ਵਿੱਚ ਸਮਾਂ ਬਤੀਤ ਕੀਤਾ ਹੈ। ਰਾਤ ਭਰ ਸਤਿਗੁਰ ਜੀ ਸਿੰਘਾਂ ਦੇ ਕੇਸ ਖੁੱਲਿਆਂ ਨੂੰ ਬੰਨ੍ਹਦੇ ਰਹੇ, ਆਪ ਪਹਿਰਾ ਦਿੰਦੇ ਰਹੇ ਸਾਰੀ ਰਾਤ। ਖਾਲਸਾ ਪੰਥ ਤੇ ਗੁਰੂ ਕੇ ਸਿੰਘ ਆਰਾਮ ਕਰ ਰਹੇ ਨੇ। ਸਵੇਰ ਹੁੰਦਿਆਂ ਜੰਗ ਦੀ ਸ਼ੁਰੂਆਤ ਹੋਈ ਹੈ। 5-5 ਸਿੰਘਾਂ ਦੇ ਜਥੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਰਹੇ ਨੇ। ਜਦੋਂ 15 ਕੁ ਸਿੰਘ ਸ਼ਹੀਦ ਹੋਏ, ਫਿਰ ਬਾਬਾ ਅਜੀਤ ਸਿੰਘ ਵੀ ਨਿਕਲਿਆ ਗਿਆ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਪਿਛਲੀ ਕਥਾ 'ਚ ਬੜੇ ਵਿਸਥਾਰ ਸਹਿਤ ਸੁਣਿਆ ਹੋਇਆ। ਬਾਬਾ ਅਜੀਤ ਸਿੰਘ ਅੱਗੇ ਹੋ ਕੇ ਲੜਦੇ ਰਹੇ। ਦੁਸ਼ਮਣ ਨੂੰ ਭੁਲੇਖਾ ਸੀ ਕਿਤੇ ਗੁਰੂ ਕਲਗੀਧਰ ਲੜਦੇ ਆ। ਸਰੀਰ ਉੱਤੇ 322 ਫੱਟ ਵਰਲਡ ਰਿਕਾਰਡ ਹੈ ਸ਼ਹਾਦਤ ਦਾ, ਬਾਬਾ ਅਜੀਤ ਸਿੰਘ ਜੀ ਦੇ ਲੱਗੇ। ਲੋਹੇ ਦੇ ਨਾਲ, ਪਿੱਤਲ ਦੇ ਨਾਲ ਜਿਸਮ ਭਰਿਆ ਹੋਇਆ। ਸ਼ਹਾਦਤ ਦਾ ਜਾਮ ਪੀਤਾ ਗੁਰੂ ਕਲਗੀਧਰ ਮਹਾਰਾਜ ਨੇ। ਉੱਚੀ ਮੁਮਟੀ ਤੋਂ ਜਕਾਰਾ ਲਾਇਆ। ਬਾਬਾ ਅਜੀਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਕੋਲੇ ਦੂਜਾ ਪੁੱਤਰ ਵੀ ਨਹੀਂ ਰੱਖਿਆ। ਬਾਬਾ ਜੁਝਾਰ ਸਿੰਘ ਸਿੰਘਾਂ ਦੇ ਸਮੇਤ ਆਗਿਆ ਲੈ ਕੇ ਗਏ ਨੇ। ਖੂਬ ਉਹਨਾਂ ਜੰਗ ਵਿੱਚ ਧੂਮ ਮਚਾਈ ਹੈ, ਸ਼ਹਾਦਤ ਦਾ ਜਾਮ ਪੀਤਾ ਹੈ। ਇੱਥੇ ਸਤਿਗੁਰਾਂ ਦੇ ਨਾਲ ਗਿਣਤੀ ਦੇ 40 ਸਿੰਘ ਆਏ ਨੇ। ਭਾਈ ਜੈਤਾ ਜੀ ਸਰਸਾ ਦੇ ਕਿਨਾਰੇ ਫੌਜਾਂ ਰੋਕਦੇ ਸ਼ਹੀਦ ਹੋਏ। ਅੱਜ ਦੇ ਦਿਨ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 40 ਸਿੰਘਾਂ ਨੂੰ ਨਤਮਸਤਕ ਹੋ ਰਹੀਆਂ ਨੇ। ਕੋਟ ਕੋਟ ਬੰਦਨਾ ਤੇ ਕੋਟ ਕੋਟ ਪ੍ਰਣਾਮ ਹੈ, ਜਿਨ੍ਹਾਂ ਸਾਡੀ ਲਾਜ ਪੱਤ ਬਚਾਉਣ ਲਈ ਆਪਣਾ ਜਿਸਮ ਦਾ ਖੂਨ ਡੋਲ ਦਿੱਤਾ। ਐਸੇ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ। ਸੁਆਓ ਚੱਲ ਰਹੀ ਪਾਵਨ ਗੁਰ ਇਤਿਹਾਸ ਦੀ ਕਥਾ, ਜਿਸ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮਦਰਸੇ ਦੇ ਵਿੱਚੋਂ ਪੜ੍ਹ ਕੇ ਆਏ ਨੇ, ਚਰਚਾ ਦਾ ਵਿਸ਼ਾ ਬਣ ਗਏ ਨੇ। ਹਰ ਕੋਈ ਮਨੁੱਖ ਤਾਰੀਫ ਕਰਦਾ ਹੈ, ਇਹ ਬੱਚਾ ਫਾਰਸੀ ਬੜੀ ਸੋਹਣੀ ਬੋਲਦਾ। ਲੋਕ ਮਿਲਣ ਆਉਂਦੇ ਆ, ਕੋਈ ਕਰਾਮਾਤੀ ਕਹਿੰਦਾ, ਕੋਈ ਅਵਤਾਰੀ ਦੱਸਦਾ ਹੈ ਤੇ ਕਈ ਈਰਖਾ ਕਰਦੇ ਨੇ। ਸਮਾਂ ਬਤੀਤ ਹੁੰਦਾ ਗਿਆ, ਸਤਿਗੁਰਾਂ ਮਦਰਸੇ ਜਾਣਾ ਛੱਡ ਦਿੱਤਾ। ਮਰਦ ਨੇ ਆਪਣਾ ਸੁਭਾਅ ਬਦਲਣ ਦੀ ਕੋਸ਼ਿਸ਼ ਕੀਤੀ। ਕਿਉਂ ਨਾ ਇਸ ਦੁਨੀਆ ਤੋਂ ਚੁੱਪ ਚਪੀਤੇ ਹੋ ਕੇ ਇੱਕ ਪਾਸੇ ਬਹਿ ਜਾਈਏ। ਇਹਨਾਂ ਸਾਰੇ ਪ੍ਰਕਰਨਾਂ ਨੂੰ ਬੜੇ ਵਿਸਥਾਰ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜੀ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਖਣ ਲੱਗੇ ਜਬ ਨਰ ਕਲਾ, ਫੇਰਿਓ ਬਹੁਰ ਸੁਭਾਵ। ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਇਹ ਪਾਵਨ ਕਥਾ ਸੁਣਾ ਰਹੇ ਨੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਲਕ ਅਵਸਥਾ ਦੇ ਵਿੱਚ ਖੂਬ ਮਹਿਮਾ ਹੋਣ ਲੱਗ ਪਈ, ਚਰਚਾ ਹੋਣ ਲੱਗੀ ਹੈ। ਹਰ ਕੋਈ ਕਹਿੰਦਾ ਕਲਿਆਣ ਚੰਦ ਦਾ ਪੁੱਤ ਬੜੀ ਸੋਹਣੀ ਫਾਰਸੀ ਬੋਲਦਾ ਤੇ ਪੜ੍ਹਦਾ ਹੈ। ਤੇ ਗੁਰੂ ਸਾਹਿਬ ਨੇ ਮਾਨੀ ਮਨ ਸੋਚਿਆ, ਮਨਾ ਜ਼ਮਾਨਾ ਸਾਡੀ ਕਰਾਮਾਤ ਵੇਖਦਾ, ਦੁਨੀਆ ਸਾਡੀ ਮਹਿਮਾ ਤੇ ਭਾਰੂ ਹੋ ਗਈ, ਪਰ ਅਸੀਂ ਇਸ ਦੁਨੀਆ ਦੇ ਵਿੱਚ ਸਿਫਤ ਕਰਾਉਣ ਤੇ ਸਿਫਤ ਕਰਨ ਨਹੀਂ ਆਏ। ਇਹ ਸਾਡਾ ਮਕਸਦ ਨਹੀਂ ਹੈ। ਸਾਊਂਡ ਖਰਾਬ ਹੈ। ਹੁਣ ਆਮ ਲੋਕ ਆਉਂਦੇ ਆ ਤੇ ਬਾਹਰ ਦੇ ਲੋਕ ਵੀ ਆਉਂਦੇ ਆ, ਵੇਖਦੇ ਨੇ ਨਾਨਕ ਜੀ ਬੜਾ ਸੋਹਣਾ ਬੋਲਦੇ ਆ,
ਪਰ ਸੱਚੇ ਪਾਤਸ਼ਾਹ ਨੇ ਅੱਜ ਸਵੇਰ ਤੋਂ ਹੀ ਆਪਣਾ ਸੁਭਾਅ ਬਦਲਿਆ। ਕਦੇ ਹੱਸਦੇ ਸੀ, ਕਦੇ ਖੇਡਦੇ ਸੀ, ਕਦੇ ਰੌਲਾ ਪਾਉਂਦੇ ਸੀ, ਚੁੱਪਚਾਪ ਰਹਿਣ ਲੱਗੇ ਨੇ। ਭਏ ਬਾਲ ਅਨਜਾਨ ਸੇ ਕੀਨੋ ਆਪਨ ਛਪਾਵ। ਹੁਣ ਆਪਣੇ ਸਾਥੀ ਦੋਸਤ ਮਿੱਤਰ ਨੇ ਜਿਹੜੇ ਛੋਟੇ ਛੋਟੇ, ਉਹਨਾਂ ਤੋਂ ਵੀ ਗੁਰੂ ਸਾਹਿਬ ਇੱਕ ਪਾਸੇ ਹੋ ਕੇ ਰਹਿਣ ਲੱਗ ਪਏ ਜਿਵੇਂ ਜਾਣਦੇ ਨਹੀਂ ਹੁੰਦੇ। ਮਸਤ ਮੌਲਾ ਆਪਣੇ ਆਪ ਵਿੱਚ ਮਸਤ ਰਹਿੰਦੇ ਨੇ, ਨਾ ਕਿਸੇ ਨੂੰ ਬੁਲਾਉਂਦੇ ਨੇ ਤੇ ਨਾ ਕਿਸੇ ਨਾਲ ਬੋਲਦੇ ਨੇ। ਇੱਕਦਮ ਚੇਂਜ ਹੋ ਜਾਣਾ, ਦੁਨੀਆ ਨੂੰ ਝਟਕਾ ਲੱਗਦਾ। ਕੋਈ ਬਹੁਤਾ ਰੌਲਾ ਪਾਉਣ ਵਾਲਾ, ਹੱਸਣ ਵਾਲਾ, ਸ਼ੋਰ ਸ਼ਰਾਬਾ ਕਰਨ ਵਾਲਾ ਇੱਕਦਮ ਚੁੱਪ ਹੋ ਜੇ ਤੇ ਦੁਨੀਆ ਹੈਰਾਨ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਾਰੇ ਨਗਰ ਵਿੱਚ ਬੱਚਿਆਂ ਦੇ ਨਾਲ ਰੌਲਾ ਪਾਉਂਦੇ ਨੇ, ਸ਼ਰਾਰਤਾਂ ਕਰਦੇ ਨੇ, ਉੱਚੀ ਉੱਚੀ ਹੱਸਦੇ ਖੇਡਦੇ ਨੇ, ਇੱਕਦਮ ਉਹਨਾਂ ਦਾ ਚੁੱਪ ਹੋਣਾ ਦੁਨੀਆ ਨੂੰ ਅਚਰਜ ਕਰ ਗਿਆ। ਸਤਿਗੁਰ ਕਿਸੇ ਨਾਲ ਨਹੀਂ ਬੋਲਦੇ, ਸ਼ਾਂਤ ਰਹਿੰਦੇ ਨੇ। ਕੋਈ ਖੇਡਣ ਆਉਂਦਾ ਬਾਲਕ, ਕੋਈ ਬੁਲਾਉਣ ਆਉਂਦਾ ਹੈ, ਨਾ ਕਿਸੇ ਨਾਲ ਬੋਲਦੇ ਨੇ, ਨਾ ਕਿਸੇ ਨਾਲ ਜਾਂਦੇ ਨੇ। ਸੋਈਆ ਪੁਰ ਬਾਹਰ ਜਾਏ ਤਰੇ ਤਰਕੈ ਪਟਤਾਨ ਸਰੀਰ ਪੈ ਪੋੜੇ ਰਹੈ। ਹੁਣ ਸਤਿਗੁਰਾਂ ਨੇ ਇੱਕ ਚਾਦਰਾ ਲੈ ਲਿਆ, ਚਾਦਰ ਮੋਢੇ ਤੇ ਰੱਖੀ, ਬਿਨਾਂ ਦੱਸਿਆਂ ਘਰ ਤੋਂ ਨਿਕਲ ਜਾਂਦੇ ਨੇ। ਪਿੰਡੋਂ ਬਾਹਰ ਜਿੱਥੇ ਕੁਝ ਬ੍ਰਿਛਾਂ ਦੀ ਝੜੀ ਹੈ, ਕਾਫੀ ਰੁੱਖ ਲੱਗੇ ਆ, ਗੁਰੂ ਸਾਹਿਬ ਨੇ ਚਾਦਰਾ ਤਾਨਣਾ, ਇੱਕ ਰੁੱਖ ਦੇ ਥੱਲੇ ਆਰਾਮ ਨਾਲ ਬਿਰਾਜਮਾਨ ਹੋ ਜਾਣਾ, ਲੰਮਿਆਂ ਪੈ ਜਾਣਾ। ਨਾ ਕਿਸੇ ਨੂੰ ਦੱਸ ਕੇ ਆਉਂਦੇ ਨੇ, ਨਾ ਦੱਸ ਕੇ ਜਾਂਦੇ ਨੇ, ਨਾ ਕਿਸੇ ਤੋਂ ਕੁਝ ਪੁੱਛਦੇ ਨੇ, ਨਾ ਕੁਝ ਦੱਸਦੇ ਨੇ, ਤੇ ਨਾ ਕਿਸੇ ਨੂੰ ਬੁਲਾਉਂਦੇ ਆ। ਬਿਲਕੁਲ ਇਕੱਲੇ। ਇਹ ਜੀਵਨ ਦਾ ਬਹੁਤ ਵੱਡਾ ਬਦਲਾਵ ਹੁੰਦਾ ਹੈ ਜਦ ਕੋਈ ਦੁਨੀਆ ਦੀਆਂ ਸਾਰੀਆਂ ਗੱਲਾਂ ਬਾਤਾਂ ਛੱਡ ਕੇ ਇਕਾਂਤ ਰਹਿਣ ਲੱਗ ਜੇ ਨਾ। ਹੈ ਤੇ ਬਹੁਤ ਔਖਾ ਹੈ। ਰੱਬ ਦੀ ਰਹਿਮਤ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਹ ਸਮਾਂ ਨਹੀਂ ਮਿਲਦਾ। ਦੁਨੀਆ ਨੂੰ ਤੇ ਸ਼ੋਰ ਸ਼ਰਾਬਾ ਪਸੰਦ ਹੈ, ਸੁਭਾਵਿਕ ਗੱਲ ਹੈ। ਵਿਆਹ ਕਿਸੇ ਦਾ ਹੁੰਦਾ ਹੈ, ਰਿਸ਼ਤੇਦਾਰ ਦੂਰ ਪਾਰ ਦਾ ਨੱਚਦਾ ਅੱਗੇ ਫਿਰਦਾ ਹੁੰਦਾ, ਕਿਤੇ ਨਾ ਕਿਤੇ ਮੋਹ ਮਾਇਆ ਦੇ ਵਿੱਚ ਫਸਿਆ। ਅਸੀਂ ਇਕੱਲੇ ਬੈਠੀਏ ਤੇ ਕਹਿੰਦੇ ਆ ਬੋਰ ਹੁੰਦੇ ਆ, ਸਾਡਾ ਚਿੱਤ ਨਹੀਂ ਲੱਗਦਾ, ਦਿਲ ਨਹੀਂ ਲੱਗਦਾ, ਇਕੱਲੇ ਆ। ਪਰ ਬੰਦਗੀ ਵਾਲਿਆਂ ਨੂੰ ਤੇ ਇਕੱਲਾ ਰਹਿਣਾ ਬੜਾ ਪਸੰਦ ਆ। ਉਹ ਜਾਣਦੇ ਆ ਇਕੱਲੇ ਆਏ ਆ ਤੇ ਜਾਣਾ ਵੀ ਇਕੱਲਿਆਂ ਨਹੀਂ ਹੈ। ਤੇ ਵਿੱਚ ਵਿਚਾਲੇ ਸ਼ੋਰ ਸ਼ਰਾਬਾ ਕਿਉਂ? ਗੁਰੂ ਸਾਹਿਬ ਜੀ ਨੇ ਆਪਣਾ ਆਪ ਉਦਾਸੀਨ ਬਣਾ ਲਿਆ। ਉਦਾਸ ਰਹਿੰਦੇ ਨੇ ਜੱਗ ਤੋਂ, ਚੁੱਪਚਾਪ ਰਹਿੰਦੇ ਨੇ, ਬੁਲਾਉਣਾ ਛੱਡ ਦਿੱਤਾ, ਆਉਣਾ ਜਾਣਾ ਛੱਡ ਦਿੱਤਾ, ਮਦਰਸੇ ਗਏ ਕਦੇ ਨਾ। ਕਹਿੰਦੇ ਚਾਦਰ ਤਾਣ ਕੇ ਪਏ ਰਹਿੰਦੇ ਨੇ, ਭਾਵੇਂ ਧੁੱਪ ਹੋਵੇ ਛਾਂ ਹੋਵੇ, ਕੋਈ ਫਰਕ ਪੈਂਦਾ ਨਹੀਂ। ਨਹਿ ਬੋਲਤ ਕਉ ਬਲਾਵਤ ਹੈ ਨਰ ਬੇਖੁਦ ਅੰਤਰ ਧਿਆਨ ਲਹੈ। ਹੁਣ ਸਤਿਗੁਰ ਦੀ ਚਾਦਰ ਲੈ ਕੇ ਪੈ ਜਾਂਦੇ ਲੋਕੀ, ਕਹਿੰਦੇ ਨਾਨਕ ਸੁੱਤਾ ਰਹਿੰਦਾ ਹੈ। ਚੱਲਣਾ ਨਹੀਂ ਹੈਗਾ, ਖਰਾਬ ਹੋਇਆ ਨਾ ਛੇੜਨਾ ਚਾਹੀਦਾ, ਬੰਦ ਆ। ਲੋਕੀ ਕਹਿੰਦੇ ਨਾਨਕ ਚੁੱਪ ਰਹਿੰਦੇ ਆ, ਸ਼ਾਂਤ ਰਹਿੰਦੇ ਆ, ਪਰ ਅਸਲ ਵਿੱਚ ਗੁਰੂ ਸਾਹਿਬ ਚਾਦਰ ਲੈ ਕੇ ਸੌਂਦੇ ਨਹੀਂ, ਅੰਤਰ ਧਿਆਨ ਹੁੰਦੇ ਨੇ। ਆਪਣੇ ਆਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸਮਿਲਿਤ ਹੋ ਜਾਂਦੇ ਆ ਤੇ ਦੁਨੀਆ ਨੂੰ ਲੱਗਦਾ ਸਾਧੂ ਸੌਂਦੇ ਬੜੇ ਆ। ਜ਼ਮਾਨਾ ਸੋਚਦਾ ਹੈ ਇਹਦੀ ਨੀਂਦ ਪੂਰੀ ਨਹੀਂ ਹੁੰਦੀ, ਨਾਨਕ ਸੁੱਤਾ ਰਹਿੰਦਾ ਸਾਰਾ ਦਿਨ। ਲੋਕਾਂ ਨੇ ਜਾ ਕੇ ਦੱਸਣਾ ਕਾਲੂ ਦਾ ਪੁੱਤ ਫਲਾਣੇ ਰੁੱਖ ਦੇ ਹੇਠਾਂ ਸੁੱਤਾ ਪਿਆ, ਪਰ ਸਤਿਗੁਰ ਸੌਂਦੇ ਨਹੀਂ, ਆਨੰਦ 'ਚ ਰਹਿੰਦੇ ਆ। ਕਹਿੰਦੇ ਚਾਦਰ ਤਾਣ ਕੇ ਪਏ ਰਹਿਣਾ। ਜ਼ਮਾਨੇ ਵਿੱਚ ਨਿੰਦਿਆ ਹੋਣੀ ਸ਼ੁਰੂ ਹੋ ਗਈ, ਲੋਕੀ ਮਾੜਾ ਆਖਣ ਲੱਗ ਪਏ। ਕਾਬਿਆਣ ਪਰੇ ਕਰਮਤ ਉਠਾਵਤ ਟੋਪੀ ਉਠੇ ਨੇ ਸਮੋਣ ਗਹੇ। ਹੁਣ ਸਭ ਤੋਂ ਵੱਧ ਗੁਰੂ ਸਾਹਿਬ ਦੇ ਬਦਲਣ ਦਾ ਦੁੱਖ ਕਿਹਨਾਂ ਨੂੰ ਲੱਗਦਾ? ਕਰੀਬੀਆਂ ਨੂੰ, ਆਪਣਿਆਂ ਨੂੰ। ਮਾਂ ਤ੍ਰਿਪਤਾ ਤੜਫ ਜਾਂਦੀ ਆਪਣੇ ਪੁੱਤ ਦੀ ਹਾਲਤ ਵੇਖ। ਮਾਤਾ ਜੀ ਭੱਜੇ ਆਉਂਦੇ ਆ, ਨੰਗੇ ਪੈਰ ਦੌੜੇ ਆਉਂਦੇ ਆ, ਮੇਰੇ ਪੁੱਤ ਨੂੰ ਹੋਇਆ ਕੀ ਹੈ, ਚੁੱਪ ਕਿਉਂ ਰਹਿੰਦਾ ਹੈ? ਹੁਣ ਮਾਤਾ ਜੀ ਆ ਕੇ ਆਪਣੇ ਪੁੱਤ ਨੂੰ ਜਗਾਉਂਦੇ ਆ, ਚਾਦਰ ਖਿੱਚਦੇ ਆ, ਵੇ ਉੱਠ ਨਾਨਕ ਪੁੱਤ, ਕੀ ਹੋਇਆ ਤੈਨੂੰ? ਨਹੀਂ ਬੋਲਦੇ ਸਤਿਗੁਰ।
ਵੇਖ ਲੈਂਦੇ ਨੇ ਮਾਤਾ ਨੂੰ, ਨਾ ਹੱਸਦੇ ਨੇ ਨਾ ਮੁਸਕਰਾਉਂਦੇ ਨੇ, ਬਿਲਕੁਲ ਚੁੱਪ ਤੇ ਸ਼ਾਂਤ ਰਹਿੰਦੇ ਨੇ ਗੁਰੂ ਪਾਤਸ਼ਾਹ। ਮਾਤਾ ਕੋਲ ਬੈਠ ਕੇ ਹਲੂਣੇ ਦਿੰਦੀ ਆ, ਪੁੱਤਰ ਤੂੰ ਬੋਲਦਾ ਕਿਉਂ ਨਹੀਂ, ਤੈਨੂੰ ਕੀ ਹੋਇਆ, ਕਿਸੇ ਨੇ ਕੁਝ ਆਖਿਆ ਤੇ ਮੈਨੂੰ ਦੱਸ। ਤੂੰ ਨਹੀਂ ਮਦਰਸੇ ਜਾਣਾ, ਨਹੀਂ ਪੜ੍ਹਨਾ ਪੁੱਤ ਅਲੱਗ ਗੱਲ ਹੈ, ਪਰ ਮੇਰੇ ਨਾਲ ਕਾਹਦੀ ਨਾਰਾਜ਼ਗੀ ਹੈ। ਮਾਂ ਨੇ ਰੋਣਾ, ਮਾਂ ਨੂੰ ਦੁੱਖ ਵੀ ਹੁੰਦਾ ਨਾ। ਪੁੱਤ ਚੁੱਪ ਰਹਿੰਦਾ ਹੈ, ਪੁੱਤ ਸ਼ਾਂਤ ਰਹਿੰਦਾ ਹੈ, ਨਾ ਕਿਸੇ ਨਾਲ ਬੋਲਦਾ ਹੈ, ਨਾ ਕਿਸੇ ਨੂੰ ਬੁਲਾਉਂਦਾ ਹੈ। ਹੁਣ ਮਾਤਾ ਜੀ ਆ ਕੇ ਬੜੀ ਵਾਰ ਆਪਣੇ ਪੁੱਤ ਨੂੰ ਹਲੂਣਦੇ ਆ, ਪੁੱਤ ਘਰ ਚੱਲ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਨਾਲ ਘਰ ਨਹੀਂ ਆਉਂਦੇ। ਇੱਕ ਠੋਰ ਪਏ ਜੁਗ ਬਾਸਰ ਬੀਤੇ, ਹੀਰ ਕੇ ਮਾਨਵ ਐਸੀ ਕਹੇ। ਹੁਣ ਲੋਕਾਂ ਦੇ ਵਾਸਤੇ ਤੇ ਇੱਕ ਵਹਿਮ ਬਣ ਗਿਆ, ਜਮਾਨੇ ਵਾਸਤੇ ਇੱਕ ਭਰਮ ਹੋ ਗਿਆ। ਲੋਕੀ ਰੌਲਾ ਪਾਉਣ ਲੱਗ ਗਏ, ਕਹਿੰਦੇ ਝੱਲਾ ਹੋ ਗਿਆ ਨਾਨਕ। ਦੁਨੀਆ ਨਾ ਜੀ, ਜਮਾਨੇ ਦਾ ਤੁਸੀਂ ਮੂੰਹ ਫੜ ਲਓਗੇ, ਕਿਹਨੂੰ ਕੀ ਕਹਿਣੋਗੇ ਜਾ ਕੇ, ਕਿਹਦੇ ਨਾਲ ਲੜੋਗੇ ਜਾ ਕੇ। ਜਿਹਨੇ ਤੁਹਾਨੂੰ ਮਾੜਾ ਕਹਿਣਾ ਉਹਨੇ ਕਹਿ ਹੀ ਦੇਣਾ, ਸਾਹਮਣੇ ਨਹੀਂ ਆਖੋ ਪਿੱਛੋਂ ਕਹਿ ਦੂਗਾ। ਕਹਿੰਦੇ ਮਾਂ ਤੋਂ ਨਹੀਂ ਸੀ ਬਰਦਾਸ਼ਤ ਹੁੰਦਾ ਕੋਈ ਉਹਦੇ ਪੁੱਤ ਨੂੰ ਮਾੜਾ ਕਹੇ। ਮਾਂ ਤ੍ਰਿਪਤਾ, ਜਦ ਵੀ ਕੋਈ ਉਹਨਾਂ ਦੇ ਪੁੱਤ ਨੂੰ ਆਖਦਾ ਤੇ ਮਾਂ ਲੜ ਪੈਂਦੀ ਹੈ, ਰੋਂਦੀ ਰਹਿੰਦੀ। ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋ ਗਿਆ, ਕਿਹਨੇ ਕੀ ਕਹਿਣਾ, ਕਿਹੜੀ ਗੱਲ ਦਿਲ ਨੂੰ ਲੱਗ ਆਏ। ਹੋ ਮਤਵਾਨ ਬੜੋ ਸੁਰਗਿਆਨ, ਭਇਓ ਅਨਜਾਨ ਸਕੋਣ ਹੈ ਤੂੰ। ਇਹ ਪਤਾ ਨਹੀਂ ਕਿਸੇ ਨੇ ਕੁਝ ਕਿਹਾ ਵੀ ਨਹੀਂ। ਲੋਕ ਗੱਲਾਂ ਕਰਦੇ, ਕਹਿੰਦੇ ਕੱਲ ਤੱਕ ਤੇ ਬੜੀ ਫਾਰਸੀ ਸੁਣਾਉਂਦਾ ਸੀ, ਸਿਆਣੀਆਂ ਸਿਆਣੀਆਂ ਗੱਲਾਂ ਕਰਦਾ ਸੀ, ਹੁਣ ਕੀ ਤਾਲਾ ਲੱਗ ਗਿਆ ਨੂੰ। ਇਹ ਦੁਨੀਆ ਹੈ, ਦੁਨੀਆ ਮੂੰਹ ਤੇ ਤੁਹਾਡੀ ਬੜੀ ਤਾਰੀਫ ਕਰੇਗੀ, ਪਿੱਠ ਮੁੜਿਆ ਉਹੀ ਲੋਕ ਨਕਾਬ ਲਾ ਲੈਂਦੇ ਜਿਹੜੇ। ਮੱਤ ਭਲੇਖੇ ਚ ਰਿਹਾ ਕਰੋ, ਕੋਈ ਤੁਹਾਡੀ ਤਾਰੀਫ ਕਰਦਾ ਹੈ, ਕੋਈ ਤੁਹਾਨੂੰ ਤੁਹਾਡੇ ਸਾਹਮਣੇ ਚੰਗਾ ਕਹਿੰਦਾ ਹੈ, ਉਹ ਮਿੱਤਰ ਨਹੀਂ ਹੈ। ਮਿੱਤਰ ਤੇ ਕਦੇ ਸਾਹਮਣੇ ਚੰਗਾ ਕਹਿੰਦਾ ਹੀ ਨਹੀਂ, ਕਹੇਗਾ ਪਿੱਠ ਪਿੱਛੋਂ। ਤੇ ਜਿਹੜਾ ਬੰਦਾ ਲੱਗਦਾ ਤੁਹਾਡੇ ਤੇ, ਉਹ ਤੁਹਾਡੀਆਂ ਤਾਰੀਫਾਂ ਸਾਹਮਣੇ ਕਰੂਗਾ, ਪਿੱਠ ਪਿੱਛੋਂ ਕਰੂਗਾ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੱਬ ਨੇ, ਪਰਮਾਤਮਾ ਪਰਮੇਸ਼ਰ ਨੇ, ਲੋਕੀ ਕਹਿੰਦੇ ਬੜੀ ਫਾਰਸੀ ਪੜ੍ਹ ਸੁਣਾਉਂਦਾ ਸੀ, ਹੁਣ ਕੀ ਹੋ ਗਿਆ। ਜ਼ਮਾਨੇ ਲਈ ਤੇ ਗੱਲਾਂ ਨੇ ਨਾ, ਹੁਣ ਗੱਲਾਂ ਕਿਹਨੂੰ ਸੁਣਨੀਆਂ ਪੈਂਦੀਆਂ, ਮਾਂ ਨੂੰ, ਪਿਤਾ ਨੂੰ। ਕਹਿੰਦੇ ਪਿਤਾ ਜੀ ਬੜਾ ਝੁਰਦੇ ਆ, ਬੜੇ ਦੁਖੀ ਹੁੰਦੇ ਆ, ਉਹ ਪਛਤਾਉਂਦੇ ਆ। ਮੈਂ ਆਪਣੇ ਪੁੱਤ ਨੂੰ ਹੁਣ ਕਦੇ ਝਿੜਕਿਆ ਵੀ ਨਹੀਂ, ਕੁਛ ਕਿਹਾ ਵੀ ਨਹੀਂ, ਕਿਹੜੀ ਗੱਲ ਦਿਲ ਨੂੰ ਲੱਗ ਗਈ। ਏਦਾਂ ਇੱਕਦਮ ਚੁੱਪ ਜਿਹਾ ਹੋ ਜਾਣਾ, ਦੁਨੀਆ ਤੋਂ ਟੁੱਟ ਕੇ ਦੂਰ ਹੋ ਜਾਣਾ, ਚੰਗੀਆਂ ਗੱਲਾਂ ਤੇ ਹੈ ਨਹੀਂ। ਉਹੀ ਸਮਾਜ ਜਿਹੜੇ ਕੱਲ ਤੱਕ ਸਿਫਤਾਂ ਕਰਦੇ ਸੀ, ਬੁਰਾਈ ਕਰਨ ਲੱਗੇ ਦੇਰ ਨਹੀਂ ਲਾਉਂਦੇ। ਜ਼ੁਬਾਨ ਦਾ ਕੀ ਹੈ ਜੀ, ਇੱਧਰ ਤੋਂ ਇੱਧਰ ਪਲਟਣੀ ਹੈ। ਇਹ ਨਹੀਂ ਕਿਹੜਾ ਪ੍ਰਿਥਵੀ ਦਾ ਗੇੜਾ ਲਾਉਣਾ, ਜ਼ੁਬਾਨ ਹੀ ਹੈ। ਕਿਹੜੇ ਪਾਸੇ ਡਿੱਗ ਜਾਏ ਇਹ ਜੋ ਬੋਲਣ ਵਾਲੇ ਨੂੰ ਵੀ ਨਹੀਂ ਪਤਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਈ ਤੇ ਮਹਿਮਾ ਕਰਦੇ ਆ, ਕਹਿੰਦੇ ਕੱਲ ਤੱਕ ਤੇ ਬੱਚਾ ਬੜਾ ਸੋਹਣਾ ਪੜ੍ਹਦਾ ਸੀ, ਪਤਾ ਨਹੀਂ ਕੀ ਹੋ ਗਿਆ। ਕਈ ਤੇ ਸੁਭਾਵਿਕ ਗੱਲ ਕਰਦੇ ਆ, ਕਈ ਗੱਲਾਂ ਨੂੰ ਤੂਲ ਦੇ ਕੇ ਵਧਾ ਕੇ ਗੱਲਾਂ ਕਰਦੇ ਨੇ। ਕਹਿੰਦੇ ਕਲਿਆਣ ਚੰਦ ਕਹਿੰਦਾ ਸੀ ਪਟਵਾਰੀ ਲਾਉਣਾ, ਉਹ ਵੇਖ ਸੁੱਤਾ ਪਿਆ। ਲੋਕੀ ਸੁੱਤਾ ਹੀ ਦੱਸਦੇ ਆ। ਕਹਿੰਦੇ ਇਹ ਗੱਲਾਂ ਆ ਕੇ ਲੋਕਾਂ ਦੇ ਕੋਲ ਵੀ ਕਹਿ ਦੇਣੀ, ਉਹ ਨਾਨਕ ਡੱਕਾ ਤੋੜ ਲਿਆ ਕਰ, ਕੰਮ ਕਰ ਲਿਆ ਕਰ, ਪਿਆ ਰਹਿਣਾ। ਕੋਈ ਜਵਾਬ ਨਹੀਂ। ਕੋਈ ਐਡਾ ਜਿਗਰਾ, ਐਡਾ ਸਬਰ ਦੁਨਿਆਵੀ ਬੰਦਾ ਰੱਖ ਲੂ। ਕੋਈ ਮੇਰੇ ਵਰਗੇ ਨੂੰ ਆ ਕੇ ਆਖੋ ਸੁੱਤਾ ਪਿਆ, ਅਗਲਾ ਕਹਿੰਦਾ ਮੈਂ ਨੌਕਰ ਲੱਗਾ ਦੇਣਾ, ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਕਰਾਂ, ਤੂੰ ਕੌਣ ਆ ਮੈਨੂੰ ਕਹਿਣ ਵਾਲਾ ਵੀ ਸੁੱਤਾ ਜਾ ਜਾਵੇਗਾ, ਤੈਨੂੰ ਕੀ ਹੱਕ ਹੈ। ਪਰ ਗੁਰੂ ਸਾਹਿਬ ਨੂੰ ਆ ਕੇ ਉਹਨਾਂ ਲੋਕਾਂ ਨੇ ਵੀ ਬੋਲਿਆ ਜਿਨ੍ਹਾਂ ਕੋਲ ਕਦੇ ਸਤਿਗੁਰ ਗਏ ਵੀ ਨਹੀਂ ਸੀ। ਆ ਕੇ ਬੋਲ ਕੇ ਚਲੇ ਜਾਣਾ। ਮਰਦ ਚਾਦਰ ਚੁੱਕ ਕੇ ਵੀ ਨਹੀਂ ਵੇਖਦੇ ਵੀ ਮਾੜਾ ਕੌਣ ਕਹਿਣ ਆ ਗਿਆ ਤੇ ਤਾਰੀਫਾਂ ਕੌਣ ਕਰਦਾ ਹੈ। ਬੜਿਆਂ ਨੇ ਆ ਕੇ ਸਮਝਾਉਣਾ। ਕਈ ਵਾਰ ਮਾਤਾ ਜੀ ਨੇ ਸਮਝਾ ਬੁਝਾ ਕੇ ਆਪਣੇ ਪੁੱਤ ਨੂੰ ਘਰੇ ਲੈ ਜਾਣਾ, ਬੜੀ ਵਾਰ ਪਿਤਾ ਵੀ ਲੈ ਗਏ ਘਰੇ, ਪਰ ਸੁਭਾਅ ਨਹੀਂ ਬਦਲਿਆ। ਨੇਚਰ ਦਾ ਚੇਂਜ ਹੋਣਾ ਬੜਾ ਘਾਤਕ ਵੀ ਹੁੰਦਾ ਤੇ ਚੰਗਾ ਵੀ ਹੁੰਦਾ। ਕੁਦਰਤ ਤੇ ਸੁਭਾਅ ਦੋਨੋਂ ਜਦ ਬਦਲਦੇ ਨੇ ਤਰਥੱਲੀਆਂ ਮਚਾਉਂਦੇ ਨੇ, ਤਰਥੱਲੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕਦਮ ਜਦੋਂ ਮੁੱਖ ਜਿਹਾ ਮੋੜ ਲਿਆ ਨਾ ਦੁਨੀਆ ਤੋਂ, ਪਰਵਾਹ ਛੱਡਤੀ ਜ਼ਮਾਨੇ ਦੀ, ਕੀ ਲੈਣਾ ਦੁਨੀਆ। ਆਪਣੇ ਆਨੰਦ ਚ ਰਹਿੰਦੇ ਨੇ, ਆਪਣੇ ਆਪ ਚ ਰਹਿੰਦੇ ਨੇ। ਹੁਣ ਉਹ ਪਰਿਵਾਰ ਨੂੰ ਵੀ ਚੰਗਾ ਜਾ ਨਹੀਂ ਲੱਗਦਾ।
ਪਿਤਾ ਕਹਿੰਦਾ ਠੀਕ ਹੈ, ਕੰਮ ਨਾ ਕਰੇ, ਨਾ ਪੜੇ, ਜੋ ਨਹੀਂ ਕਰਨਾ ਕਮ ਸੇ ਕਮ ਸਾਡੇ ਨਾਲ ਤੇ ਬੋਲੇ। ਪੁੱਤ ਸਾਡਾ ਸਾਡੇ ਤੋਂ ਵੀ ਨਾਰਾਜ਼ ਹੋਇਆ ਏ। ਬੇਖੁਦ ਚਿਤ ਉਦਾਸ ਰਹੇ, ਕਛੇ ਹੋਤ ਪਇਓ ਪਰਛਾਵੋ ਪ੍ਰੀਤੂ। ਕਹਿੰਦੇ ਹੁਣ ਘਰੇ ਵੀ ਜੇ ਆ ਜਾਂਦੇ ਨੇ ਤੇ ਲੈ ਕੇ ਸਤਿਗੁਰ ਦੀ ਨਾ ਚਾਦਰਾ ਜਾਂ ਵਿਹੜੇ 'ਚ ਪਏ ਰਹਿੰਦੇ ਨੇ ਜਾਂ ਆਪਣੇ ਕਮਰੇ 'ਚ ਜਾ ਕੇ, ਤੇ ਲੋਕਾਂ ਨੇ ਅੱਗੇ ਘਰੇ ਪਤਾ ਕੀ ਗੱਲਾਂ ਕਰਨੀਆਂ, ਭੈਣ ਜੀ ਆਪਣੇ ਮੁੰਡੇ ਨੂੰ ਵਿਖਾ ਲਓ ਕਿਤੇ ਪ੍ਰੇਤ ਪ੍ਰੂਤ ਚਿੰਬੜਿਆ। ਦੁਨੀਆ ਕੋਲ ਕੰਮ ਕੀ ਹੁੰਦਾ ਕੀ? ਸਾਡਾ ਕੰਮ ਹੀ ਇੱਕ ਹੈ ਵੀ ਅਸੀਂ ਕਿਸੇ ਨੂੰ ਖੁਸ਼ ਰਹਿਣ ਨਹੀਂ ਦੇਣਾ। ਸਾਡਾ ਨਾਮ ਸਵੇਰ ਤੋਂ ਸ਼ਾਮ ਤੱਕ ਹਰ ਬੰਦੇ ਦੀ ਇਹੀ ਦੌੜ ਆ ਵੀ ਮੈਂ ਕਿਸੇ ਦੀ ਜੜ 'ਚ ਪਰੇਸ਼ਾਨੀ ਬਣ ਕੇ ਕਿਵੇਂ ਬਹਿ ਜਾਵਾਂ। ਫਲਾਣਾ ਹੱਸੀ ਕਿਉਂ ਜਾਂਦਾ ਹੈ, ਨਵੀਆਂ ਸਲਾਹਾਂ ਲੋਕੀ ਦੇਣ ਆਉਂਦੇ। ਇੱਕ ਬੰਦਾ ਬਿਮਾਰ ਹੋ ਜੇ ਨਾ ਜੀ, ਬੜਾ ਜਿਹਾ ਬੁਖਾਰ ਚੜ ਜੇ, ਮੈਂ ਕਹਿੰਦਾ 20 ਵੈਦ ਬਾਹਰ ਮਿਲਦੇ ਆ ਕਿ ਕੋਈ ਕਹਿੰਦਾ ਗਲੋਵੇਟ ਪੀ ਲਾ, ਦੂਜਾ ਕਹਿੰਦਾ ਪੈਰਾਸੀਟਾਮੋਲ ਲੈ ਲਾ, ਤੀਜਾ ਕਹਿੰਦਾ ਨਹੀਂ ਉਹ ਜਿਹੜਾ ਪੌਣੇ 2 ਅੱਖਰ ਵਾਲਾ ਬਾਬਾ ਉਹਦੀ ਦਵਾਈ ਖਾ ਲੈ। ਬੁਰਾ ਹਾਲ ਹੈ, ਸਾਰੇ ਵੈਦ ਹਕੀਮ ਨੇ। ਤੇ ਆ ਕੇ ਲੋਕੀ ਕਿਹਾ ਕਰਨ, ਕਹਿੰਦੇ ਪੁੱਤ ਤੁਹਾਡੇ ਨੂੰ ਨਜ਼ਰ ਲੱਗੀ ਹੋਈ ਹੈ, ਕਿਤੇ ਫਾਂਡਾ ਫੁੰਡਾ ਹੀ ਕਰਾ ਲਓ, ਥੋੜਾ ਥੱਪਾ ਕਰਾ ਲਓ। ਕਹਿੰਦੇ ਮਾਤਾ ਜੀ ਬੜੇ ਚੁੱਪ ਚੁੱਪ ਰਹਿੰਦੇ ਸੁਣ ਕੇ। ਲੋਕ ਇਹ ਕਹਿੰਦੇ ਕਿ ਇਹ ਕਹਿਣਾ ਹੁੰਦਾ ਜ਼ਖਮਾਂ ਤੇ ਲੂਣ ਪਾਉਣਾ, ਕਿਸੇ ਦਾ ਦੁੱਖ ਵਧਾਉਣਾ, ਦੁੱਖ ਵਧਾਉਣਾ ਕਿਸੇ ਦਾ। ਗਏ ਤੇ ਤੁਸੀਂ ਕਿਸੇ ਦਾ ਹਾਲ ਪੁੱਛਣੋ, ਕੋਈ ਬੰਦਾ ਮਰੀਜ਼ ਆ ਉੱਥੇ ਜਾ ਕੇ ਦੱਸੀ ਜਾਣਾ ਮੈਂ ਫਲਾਣੇ ਡਾਕਟਰ ਤੋਂ ਦਵਾਈ ਖਾਧੀ ਹੈ, ਭੈਣ ਜੀ ਤੁਸੀਂ ਵੀ ਉੱਥੇ ਵਿਖਾ ਲਿਓ। ਵੀ ਅਗਲੇ ਕੋਲ ਤੇ ਪਹਿਲਾਂ ਪੈਸੇ ਨਹੀਂ ਪਤਾ ਨਹੀਂ ਕਿੱਦਾਂ ਫੜ ਕੇ ਕਿਸੇ ਤੋਂ ਲਾ ਰਹੇ ਆ ਤੇ ਤੂੰ ਨਵੀਆਂ ਸਲਾਹਾਂ ਦੇ ਕੇ ਆਉਣਾ, ਬਲਦੀ ਤੇ ਤੇਲ ਪਾ ਬੜਿਆਂ ਨੇ ਆਉਣਾ। ਕਹਿੰਦੇ ਕੋਈ ਆਖੇ ਨਾਨਕ ਨੂੰ ਭੂਤ ਚਿੰਬੜਿਆ, ਕੋਈ ਕਹਿੰਦੇ ਪਰਛਾਵਾਂ ਇਹਨੂੰ, ਕੋਈ ਕਹਿੰਦਾ ਇੱਲ ਬਲਾ ਚਿੰਬੜੀ ਹੈ। ਜਿੰਨੇ ਮੂੰਹ ਉਨੀਆਂ ਗੱਲਾਂ ਹੁੰਦੀਆਂ ਨੇ। ਐ ਉਨਮਤ ਦਸ਼ਾ ਦਿਸਤ ਆਵਤ, ਸ਼ੁੱਧ ਨਾ ਦੇਹ ਕੀ ਬਾਹੇ ਨ ਕੀਤੋ। ਹੁਣ ਮਹਾਰਾਜ ਸੁਣਦੇ ਸਭ ਕੁਝ ਰਹਿੰਦੇ ਨੇ ਪਰ ਬੋਲਦੇ ਨਹੀਂ। ਲੋਕੀ ਕਹਿੰਦੇ ਇਹਦਾ ਸਰੀਰ ਸ਼ੁੱਧ ਨਹੀਂ ਹੈ। ਜਿਸ ਸਰੀਰ ਉੱਤੇ ਕਿਸੇ ਰੂਹ ਦਾ ਵਾਸ ਹੈ ਉਹ ਸਰੀਰ ਸ਼ੁੱਧ ਨਹੀਂ ਹੁੰਦਾ। ਕਹਿੰਦੇ ਬੰਦਾ ਚੁੱਪ ਚੁੱਪ ਰਹਿੰਦਾ ਜਾਂ ਫਿਰ ਬਹੁਤਾ ਬੋਲਦਾ। ਸੁਭਾਵਕ ਇਸ ਦੁਨੀਆ ਦੇ ਵਿੱਚ ਐਸਾ ਹੀ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਨਾ ਅੰਧ ਵਿਸ਼ਵਾਸ 'ਚ ਬੜਾ ਖੜੇ ਹੁੰਦੇ ਸੀ। ਦੇਖੋ ਭੂਤ ਪ੍ਰੇਤ ਦੁਨੀਆ ਤੇ ਹੈਗੇ ਨੇ, ਸਭ ਕੁਝ ਹੈ, ਪਰ ਇਹਨਾਂ ਨੂੰ ਮੰਨਣਾ, ਇਹਨਾਂ ਦੀ ਪੂਜਾ ਕਰਨੀ, ਇਹਨਾਂ ਦੇ ਡਰਾਬਿਆਂ ਵਿੱਚ ਰਹਿਣਾ, ਇਹ ਅੰਧ ਵਿਸ਼ਵਾਸ ਹੈ। ਕਿਹੜਾ ਜੀਵ ਨਹੀਂ ਇੱਥੇ ਜੀ, ਕੀੜੇ ਮਕੌੜੇ ਨਹੀਂ ਹੈਗੇ। ਸਾਡੀ ਬਾਡੀ 'ਚ ਕਿੰਨੇ ਸੈੱਲ ਨੇ? ਸਾਡੇ ਇੱਕ ਸਰੀਰ ਵਿੱਚ ਪਤਾ ਨਹੀਂ ਕਰੋੜਾਂ ਸਰੀਰ ਨੇ ਲੋਕਾਂ ਦੇ। ਸਾਡੇ ਸਰੀਰ 'ਚ ਆਪਾਂ ਜਦੋਂ ਕਿਸੇ ਲੈਬ ਤੇ ਜਾਂਦੇ ਆ, ਬਲੱਡ ਦੇ ਸੈਂਪਲ ਦੇ ਕੇ ਆਉਂਦੇ ਆ, ਸਾਡੇ ਇੱਕ ਸੈਂਪਲ ਵਿੱਚ, ਇੱਕ ਬਲੱਡ ਦੀ ਡ੍ਰੌਪ ਵਿੱਚ ਪਤਾ ਨਹੀਂ ਕਿੰਨੇ ਲੱਖ ਟਿਸ਼ੂ ਨੇ, ਕਿੰਨੇ ਲੱਖ ਸੈੱਲ ਨੇ। ਪਰਿਵਾਰ ਨਹੀਂ ਉਹਨਾਂ ਦੇ। ਉਹ ਵੀ ਹੈ ਕਿ ਬੱਚਿਆਂ ਨੂੰ ਜਨਮ ਦੇ ਰਹੇ ਨੇ, ਨਵੇਂ ਸੈੱਲ ਬਣਦੇ ਆ, ਪੁਰਾਣੇ ਖਤਮ ਹੋ ਰਹੇ ਨੇ। ਤੇ ਕਿੰਨਾ ਪਸੀਨਾ ਸਾਡੀ ਬਾਡੀ ਤੇ ਆਉਂਦਾ ਹੈ, ਕਿੰਨੇ ਸੂਖਸ਼ਮ ਜੀਵਾਣੂ ਨੇ। ਕਦੇ ਮਾਈਕਰੋਸਕੋਪ ਥੱਲੇ ਹੱਥ ਕਰਕੇ ਵੇਖੋ, ਰੋਟੀ ਖਾਣ ਨੂੰ ਜੀ ਨਹੀਂ ਕਰਨਾ, ਜਿੰਨੇ ਮਰਜ਼ੀ ਸੈਨੀਟਾਈਜ਼ ਕਰੀ ਜਾਓ, ਕਿਉਂਕਿ ਗੁੱਡ ਬੈਕਟੀਰੀਆ ਸਾਡੇ ਹੱਥਾਂ ਦੇ ਵੀ ਨੇ। ਸਾਡੇ ਇਕੱਲੇ ਮੂੰਹ ਦੇ ਵਿੱਚ 700 ਕਿਸਮ ਦਾ ਬੈਕਟੀਰੀਆ ਹੈ। 700 ਕਿਸਮ ਹੈ ਤੇ ਉਹਨਾਂ ਕਿਸਮਾਂ ਵਿੱਚ ਕਿੰਨੇ ਪਰਿਵਾਰ, ਕਿੰਨੀਆਂ ਫੈਮਲੀਆਂ ਉਹਨਾਂ ਦੀਆਂ ਹੋਣਗੀਆਂ। ਇਕੱਲਾ ਬੰਦਾ ਨਹੀਂ ਹੈ, ਇਹ ਬੰਦਾ ਹੀ ਸ੍ਰਿਸ਼ਟੀ ਦਾ ਰੂਪ ਹੈ। ਬਾਣੀ ਇਸੇ ਕਰਕੇ ਤੇ ਕਿਹਾ, ਭਾਵੇਂ ਇਟਰਨਲ ਵੇਖ ਲਓ, ਭਾਵੇਂ ਬਾਹਰੀ ਵੇਖ ਲਓ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਪਤਾ ਨਹੀਂ ਕਿੰਨੇ ਜੀਵਾਂ ਦੇ ਪਰਿਵਾਰ ਸਾਡੇ ਸਰੀਰ ਵਿੱਚ ਚੱਲ ਰਹੇ ਆ, ਕਿੰਨੀਆਂ ਰੂਹਾਂ ਉਹਨਾਂ ਦੀਆਂ ਨਾਲ। ਕੋਈ ਵੀ ਰੂਹ ਤੋਂ ਬਗੈਰ ਨਹੀਂ ਹੈ। ਕਿਹੜਾ ਕੁਝ ਹੈ? ਕਹਿੰਦੇ ਜੀ ਪ੍ਰੇਤ ਚਿੰਬੜਿਆ, ਕੋਈ ਆਖੇ ਭੂਤ ਚਿੰਬੜਿਆ, ਕੋਈ ਕਹਿੰਦੇ ਨਾ ਨਾ ਇਹ ਪੜਨ ਦਾ ਬੜਾ ਕਰਦਾ ਹੈ। ਸ਼ਰੀਕੇ ਵਾਲੇ ਵੀ ਆ ਕੇ ਸਲਾਹਾਂ ਦਿਆ ਕਰਨ। ਕਹਿੰਦੇ ਜਿਉਂ ਜਿਉਂ ਲੋਕ ਸਲਾਹਾਂ ਦਿੰਦੇ ਨੇ ਤਿਉਂ ਤਿਉਂ ਮਾਂ ਬਾਪ ਦਾ ਦੁਖੀ ਹੋਣਾ ਸੰਭਵ ਹੈ। ਲੋਕਾਂ ਦੁੱਖ ਵਧਾਤਾ। ਇੱਕ ਤੇ ਪੁੱਤ ਨਹੀਂ ਬੋਲਦਾ, ਖਾਂਦਾ ਪੀਂਦਾ ਕੁਛ ਨਹੀਂ, ਨਾ ਕਿਸੇ ਨਾਲ ਹੱਸੇ, ਨਾ ਕਿਸੇ ਨੂੰ ਬੁਲਾਵੇ, ਨਾ ਕਿਤੇ ਜਾਵੇ, ਸਾਰਾ ਦਿਨ ਪਿਆ ਰਹਿੰਦਾ ਹੈ। ਤੇ ਉੱਪਰੋਂ ਆ ਕੇ ਜਿਹੜੇ ਲੋਕਾਂ ਦੇ ਤਾਨੇ ਮਿਹਣੇ ਕੱਸਣੇ ਆ, ਉਹ ਹੋਰ ਦੁਖੀ ਕਰਦੇ ਨੇ। ਬੈਨ ਭਨੈ ਨਹਿ ਨੈਨ ਉਗਾਰਤ, ਹੀਰ ਕਹੈ ਜੋ ਜਾਨ ਨ ਪੀਤੂ। ਕਹਿੰਦੇ ਜਦੋਂ ਕਿਸੇ ਨੂੰ ਸਮਝ ਨਹੀਂ ਆਉਂਦੀ ਨਾ, ਲੋਕ ਪਤਾ ਕੀ ਕਹਿੰਦੇ ਆ, ਉਹ ਕੋਈ ਪਰਛਾਵਾਂ ਪਰਛੂਮਾ ਹੀ ਹੈ, ਭੂਤ ਪਾਤ ਚੋਂਦੇ ਆ। ਜਿਹੜੀ ਗੱਲ ਸਾਡੀ ਸਮਝ ਤੋਂ ਬਾਹਰ ਫਰਾ ਕੇ ਤੂੰ ਅਗਲਾ ਆਪੇ ਭੰਬਲ ਪੁੱਸੇ ਗਿਆ। ਕਹਿੰਦੇ ਗੁਰੂ ਸਾਹਿਬ ਦੀ ਚਾਦਰ ਖਿੱਚਿਆ ਕਰਨੀ, ਮਰਦ ਨੇਤਰ ਨਹੀਂ ਖੋਲਦੇ। ਹੁਣ ਜਿਹੜੇ ਜਾਣਦੇ ਆ ਜਾਂ ਵੱਡੇ ਨੇ,
ਉਹ ਆ ਕੇ ਜਦੋਂ ਦੇ ਉੱਠ ਪੁੱਤ ਨਾਨਕ ਕੀ ਹੋਇਆ ਤੈਨੂੰ ਦੱਸ ਲੈ ਮੈਨੂੰ ਦੱਸ। ਜੇ ਬਾਪੂ ਨੂੰ ਨਹੀਂ ਦੱਸਣਾ ਮੈਨੂੰ ਦੱਸ ਤੈਨੂੰ ਕਿਸੇ ਨੇ ਕੀ ਕਿਹਾ। ਬਾਅਦ ਕਹਿੰਦੀ ਅੱਖਾਂ ਹੀ ਨਹੀਂ ਖੋਲਦੇ, ਜੀ ਖੋਲਣਗੇ ਕੋਈ ਵੇਖਣਗੇ ਤੇ ਅੱਖ ਮਿਲਾਉਣਗੇ ਤੇ ਗੱਲ ਹੋਏ। ਬਾਅਦ ਜਾਣ ਕੇ ਅੱਖਾਂ ਬੰਦ ਰੱਖਦੇ ਵੀ ਜੋ ਆਇਆ ਜੋ ਗਿਆ ਮੈਂ ਵੇਖੀ ਕੁਛ ਨਹੀਂ। ਕਹਿੰਦੇ ਇਸ ਘਟਨਾ ਨੂੰ 15 ਦਿਨ ਬਤੀਤ ਹੋ ਗਏ। ਇੱਕ ਦਿਨ ਐਸਾ ਸੀ ਜਿੱਦਣ ਮਹਾਰਾਜ ਚਾਦਰ ਲੈ ਕੇ ਗਏ ਨਹੀਂ ਮੁੜ ਕੇ ਨਹੀਂ ਬੋਲੇ। ਕੋਈ ਆਖੇ ਕਿ ਉਸ ਰੁੱਖ ਤੇ ਫਲਾਣੀ ਚੀਜ਼ ਰਹਿੰਦੀ ਹੈ, ਨਾਨਕ ਸੱਚੀ ਉੱਥੇ ਜਾ ਕੇ ਸੌਂਦਾ ਹੈ। ਲੋਕਾਂ ਦੀਆਂ ਗੱਲਾਂ ਵੀ ਜਿੰਨਾ ਮਰਜ਼ੀ ਉਲਝੀ ਜਾਓ। ਮਾਤਾ ਪਿਤਾ ਨੇ ਵੀ ਕਹਿੰਦੇ ਹਰ ਪ੍ਰਕਾਰ ਦਾ ਉਹ ਕੰਮ ਕੀਤਾ। ਪੰਡਤ ਜੀ ਨੂੰ ਵੀ ਬੁਲਾਇਆ, ਪੰਡਤ ਹਰਦਿਆਲ ਜੀ ਮਹਾਰਾਜਾ ਜੋਜਨ ਉਹਨਾਂ ਨਾਲ ਹੋਰ ਜਿਹੜੇ ਸਿਆਣੇ ਜਿਹੇ ਲੋਕ ਸੀ, ਜਿਹਨੂੰ ਲੋਕ ਕਹਿੰਦੇ ਸਿਆਣੇ ਤੋਂ ਚੱਲਣਾ। ਸਿਆਣਾ ਕੀ ਹੁੰਦਾ? ਉਹ ਸਿਆਣਾ ਹੀ ਹੈ ਜਿਹੜਾ ਪਾਣੀ ਦੀ ਫੂਕ ਮਾਰ ਕੇ ਪੈਟਰੋਲ ਤੋਂ ਮਹਿੰਗਾ ਵੇਚ ਗਿਆ। ਇੱਕ ਫੂਕ ਮਾਰੀ ਬਾਬੇ ਨੇ ਪਾਣੀ ਦੀ ਬੋਤਲ ਚ, ਭਾਵੇਂ ਥੁੱਕ ਵੀ ਦਿੱਤਾ, ਪੈਟਰੋਲ ਤੋਂ ਮਹਿੰਗੀ ਬੋਤਲ ਤੁਹਾਨੂੰ ਦੇ ਗਿਆ। ਉਹ ਸਿਆਣਾ ਤੇ ਆਪਾਂ ਕਮਲੇ ਨਾ ਹੋਏ ਤੇ ਹੋਰ ਕੀ ਆ। ਸਤਿਨਾਮ ਮਹਿੰਗੇ ਤੋਂ ਮਹਿੰਗਾ ਪਾਣੀ ਵੀ ਲਈਏ ਬਿਸਲਰੀ ਦਾ ਕੈਂਡਲੀ ਦਾ 20 ਰੁਪਏ ਹੈ, ਇਹ ਤੋਂ ਵੱਧ ਨਹੀਂ ਹੈ ਜਿਹੜਾ ਨਾਰਮਲ ਵਾਟਰ। ਤੇ ਬਾਬੇ ਕੋਲ ਚੱਲ ਜਾਓ, ਪਤਾ ਨਹੀਂ ਫੂਕ ਮਾਰ ਕੇ ਕਿਹੜਾ ਕਰੰਟ ਭਰ ਦਿੰਦਾ। ਉਹੀ ਪਾਣੀ ਜਿਹਦਾ ਅਸੀਂ 1100 2100 5000 ਦੇ ਕੇ ਆਉਣੇ ਆ, ਕਿਤੇ ਨਾ ਕਿਤੇ ਭਰ ਮੰਨਾਂਗੇ। ਏਦਾਂ ਕੀ ਹੋ ਜਾਊਗਾ? ਹੁਣ ਕਹਿੰਦੇ ਲੋਕ ਗੱਲਾਂ ਕਰਦੇ ਆ ਫਲਾਣੇ ਜੋਤਸ਼ੀ ਨੂੰ ਵਿਖਾ ਲਓ, ਫਲਾਣੇ ਮੁੱਲਾ ਨੂੰ ਬੁਲਾ ਲਓ। ਕੀ ਪਤਾ ਜੇ ਭੂਤ ਪ੍ਰੇਤ ਹੋਇਆ ਜਿਹੜਾ ਬੋਲਦਾ ਹੀ ਨਹੀਂ, ਨਾਨਕ ਨੂੰ ਬੋਲਣ ਨਹੀਂ ਦਿੰਦਾ, ਇਹਦੇ ਦਿਲ ਦਿਮਾਗ ਤੇ ਕਬਜ਼ਾ ਕੀਤਾ ਹੈ, ਆਪੇ ਹਟ ਜੂ ਪਿੱਛੇ। ਤੇ ਬੈਠੇ ਬੈਠੇ ਲੋਕੀ ਗੱਲਾਂ ਕਰ ਜਾਂਦੇ। ਦੇਖੋ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਸੀ, ਕਿੰਨਾ ਪੜ੍ਹਦਾ ਸੀ, ਪਾਦਾ ਵੀ ਕਹਿੰਦਾ ਸੀ, ਮੁੱਲਾ ਵੀ ਕਹਿੰਦਾ ਸੀ। ਇਹ ਚੀਜ਼ਾਂ ਮਾਂ ਬਾਪ ਨੂੰ ਝੰਜੋੜ ਦਿੰਦੀਆਂ ਨੇ। ਇਹ ਸੱਚੀ ਸਮਾਜ ਦੀ ਦਸ਼ਾ ਐਸੀ ਆ ਜਿਹੜੀ ਲੋਕੀ ਨਾ ਕਿਸੇ ਦਾ ਹਾਲ ਪੁੱਛਣ ਘੱਟ ਜਾਂਦੇ ਆ ਤੇ 20 ਦੀਆਂ ਸੁਣਾ ਕੇ ਆ ਜਾਂਦੇ। ਹੁਣ ਕਿਸੇ ਦੀ ਕਿਡਨੀ ਫੇਲ ਆ, ਇੱਕ ਬੰਦਾ ਹਾਲ ਪੁੱਛਣ ਗਿਆ, ਪਤਾ ਕੀ ਕਹਿੰਦਾ? ਹਾਂਜੀ ਫਲਾਣੇ ਦਾ ਵੀ ਫਲਾਣੇ ਸੈਕਟਰ ਤੋਂ ਇਲਾਜ ਚੱਲਦਾ ਸੀ, ਕਿਡਨੀ ਦਾ ਟ੍ਰਾਂਸਪਲਾਂਟ ਵੀ ਕਰਾ ਲਈ ਸੀ, ਡਾਇਲਿਸਿਸ ਵੀ ਹੁੰਦੀ ਸੀ। ਅੱਛਾ ਫੇਰ ਬਸ ਜੀ ਉਹ ਤੇ ਬਚਿਆ ਹੀ ਨਹੀਂ। ਆਖੋ ਸਤਿਨਾਮ। ਉਹ ਜਿਹੜਾ ਪਿਆ ਹੁੰਦਾ ਉਹ ਸੋਚਦਾ ਵੀ ਯਾਰ ਕੰਮ ਮੇਰਾ ਵੀ ਖਰਾਬ ਹੀ ਲੱਗਦਾ। ਹੌਸਲਾ ਦੇਣਾ ਇੱਕ ਮਾਰਨਾ ਹੈ। ਫਲਾਣੇ ਨਾਲ ਏਦਾਂ ਹੀ ਹੋਇਆ ਸੀ ਜੀ, ਬਸ ਉਹ ਤੇ ਬਚ ਗਿਆ, 2 ਸਾਲ ਹੀ ਕੱਢੇ ਆ। ਸੱਚੀ ਗੱਲ, ਦੁਨੀਆ ਤੋਂ ਜਿੰਨਾ ਦੂਰ ਰਹੋ ਉਨਾ ਚੰਗਾ। ਮੈਂ ਕਹਿੰਦਾ ਬਿਮਾਰ ਬੰਦਾ 4 ਦਿਨ ਲੋਕਾਂ ਤੋਂ ਪਾਸੇ ਹੋ ਜੇ ਠੀਕ ਹੋ ਜਾਊਗਾ। ਜੇ ਲੋਕਾਂ 'ਚ ਬਹਿ ਗਿਆ ਨਾ ਫੇਰ ਨਹੀਂ ਠੀਕ ਹੁੰਦਾ, ਮਹੀਨਿਆਂ ਬੱਧੀ ਚਲਿਆ ਜਾਊਗਾ। ਇਸੇ ਕਰਕੇ ਸਿਆਣੇ ਸਤਪੁਰਸ਼ ਮਹਾਂਪੁਰਖ ਬੰਦਗੀ ਵਾਲੇ ਉਹ ਜ਼ਮਾਨੇ ਸਮਾਜ 'ਚ ਬਹੁਤਾ ਬਣਦੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖੋ ਪੀਰਾਂ ਦੇ ਪੀਰ ਨੇ, ਪਰਮਾਤਮਾ ਨੇ। ਲੋਕੀ ਕਿੰਨਾ ਕੁਛ ਆ ਕੇ ਬੋਲ ਰਹੇ ਨੇ। ਮਾਂ ਬਾਪ ਦੁਖੀ ਨੇ, ਦੁਖੀ ਬੰਦਾ ਕੀ ਨਹੀਂ ਕਰਦਾ। ਜਿਵੇਂ ਜਿਵੇਂ ਕੋਈ ਆਖਦਾ ਫਲਾਣੇ ਵੈਦ ਨੂੰ ਵਿਖਾ ਲਓ, ਹਕੀਮ ਨੂੰ ਬੁਲਾ ਲਓ, ਕਹਿੰਦੇ ਵੈਦ ਬੁਲਾਏ ਗਏ ਨੇ। ਵੈਦਾਂ ਨੇ ਨਬਜ਼ਾਂ ਫੜੀਆਂ, ਕਹਿੰਦੇ ਤੰਦਰੁਸਤ ਹੈ, ਠੀਕ ਠਾਕ ਹੈ। ਉਹ ਸਮਝ ਨਹੀਂ ਆਉਂਦਾ ਕੋਈ। ਹੁਣ ਜਦ ਕਿਸੇ ਦੀ ਕੋਈ ਮਾਨਸਿਕ ਦਸ਼ਾ ਸਮਝ ਨਾ ਆਵੇ, ਹੁੰਦੀ ਤੇ ਸਾਇੰਟੀਫਿਕ ਪ੍ਰੋਬਲਮ ਆ ਕਈ ਵਾਰ ਮਨੋਵਿਗਿਆਨਿਕ, ਤੇ ਲੋਕੀ ਪਤਾ ਕੀ ਕਹਿੰਦੇ ਆ, ਉਹ ਫਲਾਣੇ ਬਾਬੇ ਕੋਲ ਜਾਏ, ਫਲਾਣਾ ਵੀ ਠੀਕ ਹੋ ਗਿਆ ਸੀ, ਉਹ ਵੀ ਹੋ ਜਾਏਗਾ। ਜਦ ਕਿ ਉਹਨੇ ਠੀਕ ਕਿਸੇ ਮੈਡੀਸਨ ਨਾਲੋਂ ਜਾਣਾ ਸੀ। ਕੀ ਪਤਾ ਬ੍ਰੇਨ 'ਚ ਕਿਹੜਾ ਕੈਮੀਕਲ ਰਿਲੀਜ਼ ਹੁੰਦਾ ਸੀ ਜਿਸ ਕਰਕੇ ਇਸ ਦਸ਼ਾ ਦੇ ਵਿੱਚ ਸੀ। ਪਰ ਅੰਧ ਵਿਸ਼ਵਾਸ ਦਾ ਬੋਲਬਾਲਾ ਬਿਨਾਂ ਡਿਗਰੀ ਤੋਂ ਚੱਲ ਰਿਹਾ ਅੱਜ ਵੀ ਬੜਾ। ਗੁਰੂ ਸਾਹਿਬ ਨੇ ਇਸੇ ਤੇ ਸੱਟ ਮਾਰੀ ਹੈ। ਹੁਣ ਕਰਮਕਾਂਡੀ ਲੋਕ ਵੀ ਆਉਂਦੇ ਆ ਕਿ ਵੱਧ ਘੱਟ ਬੋਲਦੇ ਨੇ, ਕਹਿੰਦੇ ਵੇਖੋ ਕਲਿਆਣ ਚੰਦ ਜੀ ਲੱਗਦਾ ਜ਼ਮਾਨੇ ਦੀਆਂ ਨਜ਼ਰਾਂ ਹੀ ਖਾ ਗਈਆਂ ਤੇ ਪੱਥਰ ਵਾੜ ਦਿੰਦੀਆਂ ਨੇ। ਇਹ ਗੱਲ ਵੀ ਠੀਕ ਹੈ। ਪਿਤਾ ਪਛਤਾਉਂਦੇ ਨੇ, ਮੈਂ ਆਪ ਹੀ ਆਪਣੇ ਪੁੱਤ ਦੀ ਤਾਰੀਫ ਕਰੀ ਜਾਂਦਾ ਸੀ। ਉਹ ਵਿਚਾਰੇ ਕੀ ਕਰਨਾ ਹੁੰਦਾ ਨਾ ਦੁੱਖ ਪੁੱਤ ਦਾ ਵੇਖ ਕੇ। ਉਹ ਬੋਲਦਾ ਹੀ ਨਹੀਂ ਕਿਸੇ ਦਾ, ਚੁੱਪ ਚਪੀਤਾ ਬੈਠਾ। ਬੜਿਆਂ ਨੇ ਬੜਾ ਕੁਝ ਕਿਹਾ, ਮਾਪਿਆਂ ਨੇ ਸਭ ਕੁਝ ਜਰਿਆ ਏ। ਕਾਲੂ ਕੋ ਚਿਤ ਬਦੀ ਸੁਤ ਦੇਖ, ਬਸੇਖੋ ਪਾਏ ਕਰੇ ਜੋ ਬਤਾਇਆ। ਕਹਿੰਦੇ ਜੀ ਪਿਤਾ ਜੀ ਨੇ ਪਟਵਾਰਖਾਨੇ ਜਾਣਾ ਛੱਡ ਦਿੱਤਾ, ਚਿੱਤ ਨਹੀਂ ਲੱਗਦਾ ਪਟਵਾਰਖਾਨੇ ਜਾਣਾ। ਪੁੱਤ ਤੇ ਬਿਲਕੁਲ ਹੀ ਨਹੀਂ ਬੋਲਦਾ। 15 ਦਿਨ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਾਰ ਰਸਨਾ ਮਾਂ ਸ਼ਬਦ ਨਹੀਂ ਬੋਲਿਆ। ਬਾਪੂ ਵੱਲ ਵੇਖਿਆ ਤੱਕ ਨਹੀਂ ਹੈ। ਏਦਾਂ ਪਏ ਰਹਿੰਦੇ ਆ ਸਮਾਜਿਕ ਤੌਰ ਤੇ ਜਿਵੇਂ ਇੱਕ ਲਾਸ਼ ਪਈ ਹੋਵੇ, ਸਰੀਰ ਪਿਆ ਹੋਵੇ। ਕਹਿੰਦੇ ਪਿਤਾ ਇੰਨੇ ਦੁਖੀ ਹੋ ਗਏ, ਇਕੱਲੇ ਬਹਿ ਬਹਿ ਰੋਂਦੇ ਨੇ। ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ ਵਿਖਾ ਲਓ, ਉਹਨੂੰ ਬੁਲਾ ਲਓ। ਕਹਿੰਦੇ ਸਭ ਨੂੰ ਬੁਲਾਇਆ ਜੀ, ਪਰ ਹਰ ਬੰਦਾ ਕਹਿੰਦੇ ਤੇ ਤੰਦਰੁਸਤ ਹੈ।
ਕੋਈ ਕਹਿੰਦਾ ਫਲਾਣੀ ਚੀਜ਼ ਦਾ ਛਾਇਆ, ਕੋਈ ਮੋਰ ਦੇ ਖੰਭ ਲੈ ਕੇ ਆ ਗਿਆ ਘਰੇ, ਮੰਤਰ ਮੁੱਤਰ ਪੜ੍ਹ ਕੇ ਚਲੇ ਜਾਂਦੇ, ਕੋਈ ਕੁਛ ਸਮਝ ਨਹੀਂ ਆਉਂਦਾ। ਕੋਈ ਜਲਦਾ ਛਿੱਟਾ ਦਵਾ ਗਿਆ, ਕਿਸੇ ਨੇ ਕੁਛ ਕਰਤਾ, ਕਹਿੰਦੀ ਚੱਲਦਾ ਰਿਹਾ ਬੜੀ। ਸਤਿਗੁਰ ਜੀ ਇਸ ਤਮਾਸ਼ੇ ਨੂੰ ਰੋਜ਼ ਵੇਖਦੇ ਹਨ। ਏਰ ਮੁਲਾਣੇ ਕੀ ਪਾਸ ਗਇਓ, ਸਭ ਨਾਨਕ ਕੋ ਬਿਰਤਾਂਤ ਸੁਣਾਇਆ। ਕਹਿੰਦੇ ਫੇਰ ਨਾ ਕਿਸੇ ਨੇ ਪਿਤਾ ਜੀ ਨੂੰ ਦੱਸਿਆ। ਹੁਣ ਜੋ ਬੰਦੇ ਨੂੰ ਕਿਹਾ ਜਾਂਦਾ ਨਾ, ਕਈ ਵਾਰ ਬੰਦਾ ਉਸ ਚੀਜ਼ ਤੇ ਚਲੇ ਜਾਂਦਾ ਹੈ, ਗੱਲ ਆ ਜਾਂਦੀ ਦਿਮਾਗ 'ਚ। ਕਹਿੰਦੇ ਜਿੱਦਣ ਦਾ ਤੁਹਾਡਾ ਪੁੱਤ ਮਦਰਸੇ ਵਿੱਚ ਪੜ੍ਹਨ ਗਿਆ, ਮੈਨੂੰ ਲੱਗਦਾ ਕਿਤੇ ਮੁੱਲੇ ਨੇ ਤਾਂ ਨਹੀਂ ਕੁਛ ਕਰਤਾ। ਹੁਣ ਮੁੱਲੇ ਦੀ ਖੈਰ ਨਹੀਂ, ਆਖੋ ਸਤਿਨਾਮ ਵਾਹਿਗੁਰੂ ਜੀ ਆ ਗਏ। ਕਹਿੰਦੇ ਚੰਗਾ ਬੰਦਾ ਬਾਈ ਤੂੰ, ਚੰਗਾ ਮੇਰਾ ਪੁੱਤ ਪੜਾਇਆ, ਚੰਗੀ ਫਾਰਸੀ ਪੜ੍ਹਾਈ ਹੈ, ਪੁੱਤ ਤੇ ਮੇਰਾ ਬੋਲਣੋਂ ਹੀ ਨਹੀਂ। ਉਹ ਮੁੱਲਾ ਕਹਿੰਦਾ ਜਨਾਬ ਮੈਂ ਉਹਨੂੰ ਕੀ ਕਿਹਾ, ਮੈਂ ਤੇ ਤਾਰੀਫ ਹੀ ਕੀਤੀ ਹੈ। ਕਹਿੰਦਾ ਨਹੀਂ, ਤੂੰ ਕਿਸੇ ਜਿੰਨ ਪ੍ਰੇਤ ਦਾ ਛਾਇਆ ਮੇਰੇ ਪੁੱਤ ਤੇ ਕੀਤਾ ਹੈ। ਕੋਈ ਫਾਰਸੀ ਪੜ੍ਹਨ ਵਾਲਾ ਭੂਤ ਪ੍ਰੇਤ ਪਿੱਛੇ ਲਾਤਾ ਬੋਲਦੇ ਨਹੀਂ। ਹੁਣ ਚਿੰਤਾ ਮੁੱਲਾ ਜੀ ਨੂੰ ਵੀ ਪੈ ਗਈ, ਉਹਦਾ ਫਰਜ਼ ਬਣਦਾ ਵੀ ਮੈਂ ਜਾ ਕੇ ਵੇਖ ਆਵਾਂ ਕਿਤੇ ਗਲਗਲਾਂ ਸਾਡੀ ਨਾ ਵਿੱਚ। ਉਹਨੇ ਤੇ ਗੁਨਾਹ ਕੋਈ ਨਹੀਂ ਕੀਤਾ। ਹੁਣ ਪਿਤਾ ਦੀ ਸਿਫਤਾਂ ਕਰਦੇ ਸੀ ਗੁਰੂ ਸਾਹਿਬ ਦੀਆਂ, ਬਾਕੀ ਸਮਾਜ ਕਰਦਾ ਸੀ। ਕਹਿੰਦੇ ਨਾਨਕ ਵਰਗਾ ਵਿਦਵਾਨ, ਇਹਦੇ ਵਰਗੀ ਫਾਰਸੀ ਕੋਈ ਨਹੀਂ ਪੜ੍ਹ ਸਕਦਾ, ਇਹ ਤੇ ਆਲਮ ਫਾਜ਼ਲ ਗੰਗਾ ਵਰਗੀ ਰਵਾਨੀ ਹੈ। ਬਸ ਕਹਿੰਦੇ ਕੀ ਲੈਣਾ ਦੁਨੀਆ ਤੋਂ, ਲੈਣਾ ਵੀ ਕੀ ਹੈ ਸੱਚੀ ਗੱਲ। ਆਪਾਂ ਦੁਨੀਆ ਲਈ ਤਮਾਸ਼ਾ ਬਣ ਥੋੜਾ ਆਏ ਹੋਏ, ਜ਼ਿੰਦਗੀ ਜਿਉਣ ਆਏ ਆ। ਇਸ ਗੱਲ ਨੂੰ ਸਮਝਣ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਲੰਘੀਆਂ 60-60 ਸਾਲ ਦੀਆਂ, ਵੀ ਭਾਈ ਜੀਵਨ ਆਪਣੇ ਲਈ ਹੈ, ਆਨੰਦ ਲੈਣ ਲਈ ਹੈ, ਪਰ ਨਹੀਂ ਲਿਆ। ਪਛਤਾਵਾ। ਪਿਤਾ ਜੀ ਨੇ ਮੁੱਲਾ ਜੀ ਨੂੰ ਘਰੇ ਬੁਲਾਇਆ। ਮੁੱਲਾ ਜੀ ਘਰ ਆਏ, ਅੱਜ ਵੇਖ ਕੇ ਚਲੇ ਗਏ, ਜਲ ਜੁਲ ਦੇ ਛਿੱਟੇ ਮਾਰ ਕੇ ਕਹਿੰਦੇ ਕੋਈ ਗੱਲ ਨਹੀਂ, 2-4 ਦਿਨਾਂ ਬਾਅਦ ਮੈਂ ਫੇਰ ਆਊਂਗਾ ਚੁਣੇ ਵਾਲੇ। ਗੁਰੂ ਸਾਹਿਬ ਨੇ ਫੇਰ ਚੁੱਕੀ ਚਾਦਰ ਆਪਣਾ ਰੁੱਖ ਥੱਲੇ, ਪਿੰਡੋਂ ਬਾਹਰ। ਪਰਵਾਹ ਨਹੀਂ ਨਾ ਕਿਸੇ ਦੀ। ਸ਼ੋਰ ਸ਼ਰਾਬਾ, ਬਹੁਤੇ ਬੋਲਣ ਵਾਲੇ ਪਸੰਦ ਨਹੀਂ। ਹੁਣ ਇਹ ਦੋ ਚੀਜ਼ਾਂ ਨੇ ਜੀ। ਜਿਸ ਇਨਸਾਨ ਨੂੰ ਦੁਨੀਆ ਦੀਆਂ ਗੱਲਾਂ ਬਾਤਾਂ, ਬਹੁਤੇ ਲੋਕਾਂ 'ਚ ਬੈਠਣਾ, ਜੋਟੀਆਂ ਬਣਾ ਕੇ ਗੱਲਾਂ ਕਰਨੀਆਂ ਨਹੀਂ ਪਸੰਦ ਨਾ, ਕਿਤੇ ਨਾ ਕਿਤੇ ਨਿਰੰਕਾਰ ਦੀ ਕਿਰਪਾ ਉਹਨਾਂ ਲੋਕਾਂ ਤੇ ਹੈ। ਉਹ ਇਕੱਲੇ ਰਹਿਣਾ ਪਸੰਦ ਕਰਦੇ ਆ। ਇਕੱਲਾ ਰਹਿਣ ਵਾਲਾ ਕੁਦਰਤ ਨੂੰ ਖੋਜੇਗਾ, ਲੋਕਾਂ 'ਚ ਰੌਲਾ ਪਾਉਣ ਵਾਲਾ ਕੀ ਖੋਜੂਗਾ? ਨਿੰਦਿਆ ਚੁਗਲੀ ਹੋਰ ਕੀ ਕਰਨਾ? ਫਲਾਣੇ ਨੇ ਆਹ ਕੀਤਾ, ਉਹਨੇ ਆਹ ਕਹਿਤਾ। ਕਹਿੰਦੇ ਗੁਰੂ ਸਾਹਿਬ ਲੈ ਕੇ ਚਾਦਰਾਂ ਨੰਗੇ ਪੈਰ ਘਰੋਂ ਆ ਗਏ, ਪਤਾ ਕਿਸੇ ਨੂੰ ਨਾ ਲੱਗਾ, ਰੋਟੀ ਨਹੀਂ ਖਾਂਦੇ। ਕਿਤੇ ਹੋਇਆ 2-3 ਦਿਨਾਂ ਬਾਅਦ ਇੱਕ ਅੱਧਾ ਫੁਲਕਾ ਛਕ ਲਿਆ, ਮਾਤਾ ਨੇ ਧੱਕੇ ਨਾਲ ਰੋਟੀ ਖਵਾਤੀ, ਪਰ ਬੋਲਣਾ ਹੀ ਬੰਦ ਕੀਤਾ ਹੋਇਆ, ਛਕਣਾ ਵੀ ਘਟਾਇਆ। ਅੱਜ ਫੇਰ ਲੈ ਕੇ ਚਾਦਰ ਰੁੱਖ ਥੱਲੇ ਆ ਕੇ ਪੈ ਗਏ। ਕਹਿੰਦੇ ਦੁਪਹਿਰ ਨੂੰ ਰੁੱਖ ਦੀ ਛਾਂ ਢਲ ਗਈ, ਧੁੱਪ 'ਚ ਹੀ ਪੈ ਗਈ, ਗਰਮੀ ਨਾ ਸਮਝ। ਹੁਣ ਮਾਂ-ਬਾਪ ਵੇਖਣ ਜਾਂਦੇ ਨੇ, ਭੱਜੇ ਜਾਂਦੇ ਆ। ਪਿਤਾ ਵੀ ਜਾ ਕੇ ਆਪਣੇ ਪੁੱਤ ਦੀਆਂ ਮਿੰਨਤਾਂ ਕਰਦਾ, ਪੁੱਤ ਨਾ ਕਰ, ਮੇਰੇ ਤੋਂ ਗਲਤੀ ਹੋ ਗਈ, ਮਾਫ ਕਰ ਦੇ, ਜਲੂਸ ਨਿਕਲ ਗਿਆ ਇਲਾਕੇ 'ਚ। ਇਹਦੇ ਉੱਪਰ ਕੀ ਹੈ ਜੀ? ਜਦ ਲੋਕ ਗੱਲਾਂ ਕਰਨ ਲੱਗ ਜਾਣ ਤੁਹਾਡੇ ਘਰ ਦੀਆਂ, ਤੇ ਤੁਹਾਡੇ ਕੋਲ ਰਹਿ ਕੀ ਗਿਆ? ਕੁਛ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕਦਮ ਹੀ ਖਿਆਲ ਬਦਲ ਲਿਆ, ਬਿਲਕੁਲ ਹੀ ਪਰਵਾਹ ਛੱਡਤੀ ਮਾਤਾ ਦੀ, ਪਿਤਾ ਦੀ, ਭੈਣ ਦੀ, ਭਰਾ ਦੀ, ਦੁਨੀਆਦਾਰੀ, ਮਿੱਤਰਾਂ ਦੋਸਤਾਂ ਦੀ, ਸਭ ਤੋਂ ਹੀ ਪਾਸੇ ਹੋ ਗਏ। ਪ੍ਰੀਤਗੀ ਦੇ ਨਾਲ ਇੱਕ ਸੱਜਣ, ਇੱਕ ਯਾਰ ਦਰਵੇਸ਼ ਰਹਿੰਦਾ ਹੈ, ਉਹਦੇ ਰੰਗਾਂ ਦੇ ਵਿੱਚ ਹਰ ਵੇਲੇ ਰੰਗੇ ਰਹਿੰਦੇ ਨੇ। ਹੋਸ਼ ਭਈ ਫਰਮੋਸ਼ ਸਬੈ, ਕਹਿ ਕੋ ਬਿਦ ਪਾਰਸੀ ਤੋਹੀ ਪੜਾਇਆ। ਪਿਤਾ ਜੀ ਆ ਕੇ ਪਤਾ ਕੀ ਕਹਿੰਦੇ ਮੁੱਲੇ ਨੂੰ? ਕਹਿੰਦੇ ਵੇਖ ਮੇਰੇ ਪੁੱਤ ਨੂੰ ਸਾਰੀ ਹੋਸ਼ ਹੈ, ਪਰ ਫਰਮੋਸ਼ ਨਾ ਭੁੱਲਣ ਦਾ ਹੁੰਦਾ। ਆਪਾਂ ਇੱਕ ਸ਼ਬਦ ਵਰਤਦੇ ਆ ਨਾ, ਉਹ ਫਾਰਸੀ ਦਾ ਸ਼ਬਦ ਹੈ ਅਹਿਸਾਨ ਫਰਾਮੋਸ਼। ਫਰਾਮੋਸ਼ ਭੁੱਲਣਾ, ਅਹਿਸਾਨ ਕੀਤੇ ਹੋਏ ਤੁਹਾਡੇ ਤੇ ਉਪਕਾਰ, ਫਰਾਮੋਸ਼ ਭੁੱਲ ਜਾਣਾ। ਕਹਿੰਦਾ ਹੋਸ਼ ਫਰਾਮੋਸ਼, ਹੋਸ਼ ਦੇ ਵਿੱਚ, ਹੋਸ਼ੋ ਹਵਾਸ਼ ਵਿੱਚ ਰਹਿ ਕੇ ਉਹਨੂੰ ਯਾਦ ਕੁਛ ਨਹੀਂ, ਮਤਲਬ ਯਾਦਾਸ਼ਤ ਨਹੀਂ ਹੈ, ਪਰ ਹੈ ਹੋਸ਼। ਹੋਸ਼ 'ਚ ਕੀ ਹੈ? ਖੁਸ਼ਬੂ ਦਾ ਵੀ ਪਤਾ ਲੱਗਦਾ ਹੈ, ਹੰਝੂਆਂ ਦਾ ਵੀ ਪਤਾ ਹੈ, ਦੁੱਖ ਦਾ ਵੀ ਪਤਾ ਹੈ, ਸੁੱਖ ਦਾ ਵੀ ਪਤਾ ਹੈ, ਦਿਸਦਾ ਵੀ ਹੈ, ਸੁਣਦਾ ਵੀ ਹੈ, ਪਰ ਕੁਛ ਨਹੀਂ ਦੱਸ ਰਹੇ। ਅਕਸਰ ਇਹੋ ਜਿਹੀਆਂ ਗੱਲਾਂ ਕਦੋਂ ਹੁੰਦੀਆਂ? ਜਦੋਂ ਮਨੋਵਿਗਿਆਨ ਤੋਂ ਹਟ ਕੇ ਲੋਕੀ ਤਾਂਤਰਿਕਾਂ ਦੇ ਪੱਲੇ ਪੈ ਜਾਂਦੇ ਆ ਨਾ ਜਾ ਕੇ, ਤੇ ਤਾਂਤਰਿਕ ਉਦੋਂ ਕਹਿੰਦੇ ਆ ਇਹ ਗੱਲਾਂ ਵੀ ਬੰਦਾ ਆਪ ਹੋਸ਼ ਦੇ ਵਿੱਚ ਹੈ, ਪਰ ਇਹਨੂੰ ਯਾਦ ਕੁਛ ਨਹੀਂ। ਜਦ ਕਿਸੇ ਚੀਜ਼ ਦਾ ਪਹਿਲਾ ਸਰੀਰ ਤੇ ਰਹਿੰਦਾ ਨਹੀਂ ਯਾਦ ਹੁੰਦਾ ਬੰਦੇ ਨੂੰ।
वक्त लंघिया वो रूह एक पासे हो जाए तो सब कुछ याद आ जाता, पर वो दौर चेते नहीं आता की गल्लां होईयां। पिता जी मुल्लां नूं झटकण लग पे, कहते मेरा पुत होश फरहोश हो गया है, उन्होंने कुछ समझ नहीं आता, कुछ पता नहीं है, जिथे बैठा बैठा रहिंदा, जिधर देखदा देखदा रहिंदा, बुलाया किसी नाल बोलदा नहीं। आप चलो सुध लीजिए हीर के, भेव लखो के परी ते छाया। पिता जी कहते मुल्ला जी कुतुबुद्दीन जी ਹੁਣ ਤੁਸੀਂ ਆਪ ਉਸ ਥਾਂ ਤੇ ਚੱਲੋ, ਜਾ ਕੇ ਵੇਖੋ ਮੇਰੀਆਂ ਕਈਆਂ ਗੱਲਾਂ ਕਿੰਨੀਆਂ ਕੁ ਸੱਚ ਨੇ, ਕੋਸ਼ਿਸ਼ ਕਰੋ। ਮੈਂ ਵੈਦਾਂ ਨੂੰ ਵਿਖਾ ਕੇ ਵੇਖ ਲਿਆ, ਉਹਨੂੰ ਕੋਈ ਬਿਮਾਰੀ ਨਹੀਂ, ਕਿਸੇ ਚੀਜ਼ ਦਾ ਹੀ ਛਾਇਆ ਹੋ ਸਕਦਾ, ਤੁਸੀਂ ਜਾ ਕੇ ਠੀਕ ਕਰੋ। ਕਿਉਂਕਿ ਮੁੱਲਾ ਤੰਤਰ ਵਿਦਿਆ ਜਾਣਦਾ ਹੈ। ਜੰਤਰ ਮੰਤਰ ਅਤੇ ਤੰਤਰ ਤਿੰਨ ਪ੍ਰਕਾਰ ਦੀ ਵਿਦਿਆ ਸਮਾਜ ਵਿੱਚ ਹੈ। ਇਹਨੂੰ ਵਰਤਣ ਵਾਲੇ ਬਹੁਤ ਘੱਟ ਲੋਕ ਨੇ, ਇਹ ਕੰਮ ਵੀ ਕਰਦੀਆਂ ਨੇ, पर ज्यादातर दिखावा होंदा इन्हां दे नाल, पखंड ज़्यादा है। जिवें भगती वाला मर्द कहते करोड़ां चों इक अद्धा है, इसे तरह इन्हां चीज़ां नूं जानण वाला लखां चों कोई कोई है, पर बोर्ड हरेक लाई फिरदा। मैं कहना तुसीं फेसबुक ते चल जाओ, इंस्टा ते चल जाओ, टीवी ते चल जाओ, किते खबर चलदी होगी ना, नीचे ऐड चलदी होगी, मुट्ठी करन, वशीकरण, विआह कराओ, फलाना कराओ, एक फोन कॉल ते दस हालात की ने लोकां दे। दुनिया किहड़े पासे तुरी फिरदी है, ते जिहड़ा एडियां गल्लां करदा उहनूं को बई मोदी बस करा के बिल वापस करांगे, तैनूं लोड़ ही नहीं इन्ने पंगे करन दी, जिन्ना बजट इकट्ठा होया सारा तैनूं दे देंगे। पर नहीं, सिर्फ एक बहम फैलाया जाता है, काला धंधा कीता जाता है, कि ब्लैक मार्केट है। पर इन्हां चीज़ां नूं जानण वाले बड़े थोड़े लोग हुंदे आ। हुण गुरु साहिब दे कोल कहंदे तैयारी कर लई कुतुबुद्दीन मुल्ला ने, मोर दे खंभ लै लए, मुसलमान ने, वो कलमा पढ़ेगा, चल के आ गया, कहता वेखदा नानक नूं चिंबड़िया कि भूत ते नचदा रहू, क्योंकि तंत्र विद्या जद आयतल कुरसी पढ़निया ते भूत ने मारनिया, चीकां नहीं होऊगा। ते मुल्ला नूं ते यही सीगा भी जदों मैं जाके मंत्र पढ़ांगा, आयतल कुरसी पढ़ूंगा, कुरान भज्जे जाओ। नानक जी बोलणगे विच रूह भी बोलूगी, क्योंकि लोकां ने कहा ना मुल्ला नूं भी चीज दा असर है, फिर अगले नूं सफाई देण दी लोड़ नहीं। चलो फिर हुण पिता जी आप कहते ने पता नहीं मेरे पुत ते किस चीज का परेशान है, लोकां ने मेंटल स्थिति इहो जी बनाती कह कह के भी तेरे पुत नूं कुछ चिंबड़िया होया, ते बंदा मन लैंदा है। सुभाविक गल है, बंदा किन्ना भी विकसित होवे दिमाग करके, किन्ना भी सियाणा होवे, एक गल कहूगा कोई दो कहणगे, चार कहणगे, पंजवें ने कहती मन लेना होवे। तुसीं सोहना सूट सवाया, वधिया कपड़े पाए, महंगे तो महंगे, चार बंदे सलाह कर लैण, चार एको कमेंट कर, वो की जलूस कड्ढिया, कोई कपड़े आ, चल कोई नहीं मेरी पसंद है। दूजे दिन दूजे ने कहता यार तेरे बिल्कुल नहीं खपदे, थोड़ा जिहा मन च आ गया, शीशे के खड़ के वेखे लगदे ते ठीक ने, इन्ने मैनूं क्यों कहा। तीजे दिन किसी ने फिर कहता, कहते यार ये ते बिल्कुल ही जलूस है, ਇਹਦੇ ਨਾਲੋਂ ਤਾਂ ਤੇਰੇ ਫਲਾਣੇ ਕੱਪੜੇ ਚੰਗੇ ਲੱਗਦੇ ਭਾਵੇਂ ਸਸਤੇ ਨੇ। ਚੌਥੇ ਦਿਨ ਲਾ ਕੇ ਮਾਰਦਾ, ਕਹਿੰਦਾ ਮੈਂ ਨਹੀਂ ਪਾਉਣੇ ਹੋਏ ਇਹੋ ਜਿਹੇ, ਅੱਗ ਲੱਗੇ ਹੋ ਜੇ ਮੈਂ ਕਿਹਾ ਉਹ ਚੰਗੇ ਨਹੀਂ ਲੱਗਦੇ ਮੇਰੇ, ਮੈਨੂੰ ਤਾਂ ਹਰੇਕ ਬੰਦਾ ਕਹਿੰਦਾ। ਕਈ ਵਾਰ ਜ਼ਮਾਨਾ ਖੇਡਦਾ ਹੁੰਦਾ ਹੈ, ਚਲਾਕੀ ਖੇਡਦਾ ਹੁੰਦਾ ਹੈ, ਕਿਉਂਕਿ ਬੰਦੇ ਦਾ ਦਿਮਾਗ ਅੱਜ ਵੀ ਹੈਕ ਹੋ ਜਾਂਦਾ ਹੈ, ਮਸ਼ੀਨਾਂ ਹੁੰਦੀਆਂ ਨੇ। ਬੜਾ ਕੁਝ ਦੁਨੀਆ ਤੇ ਐਸਾ ਏ ਜਿਹਦੇ ਨਾਲ ਕੀਤਾ ਜਾਂਦਾ, ਜਿਵੇਂ ਹਿਪਨੋਟਾਈਜ਼ ਕਰਦੇ ਆ ਨਾ ਲੋਕੀ। ਹੁਣ ਉਹ ਜਿਹੜੇ ਤਾਂਤਰਿਕ ਲੋਕ ਨੇ ਇਹੀ ਕੁਝ ਕਰਦੇ ਵੀ ਬੰਦੇ ਦੀ ਸੁਰਤ ਜਗਾ ਕੇ ਪੁੱਛ ਲੈਣਾ ਬਈ ਕੌਣ ਹੈ, ਬੋਲਾਂ ਜੀ ਆਗੇ ਚੱਲ ਕੇ अपना मंत्र तंत्र जंत्र सारा कुछ याद है, ते पिता नूं दिलासा देता कि चिंता ना कर लै, हुण नानक मैं कहना पहला उन्होंने बोलूगा, वो फिर फारसी पढ़ूगा। कालो के संग मलाना गयो, जह नानक जी तर पोड़ रहे। कहते जिथे गुरु नानक साहब सच्चे पातशाह पए सी, पिता जी दे नाल चल के मुल्ला जी उत्थे आ गए। कल्याण चंद जी कहते तुसीं ओ परले पासे हो जाओ, मैनूं खड़ दो इत्थे, मोर दे खंभ लै ले, धूफां जियां बाल लिया 5-7 अंतर ले लिया। नानक जी दे आले दुआले आके 2-4 लाए गेड़े, कोल बह गया, मंत्र पढ़े, फूकां जियां मारे, ते पिता जी बड़ी शरधा नाल वेखदे, कहते सारा ही पिंड इकट्ठा हो गया। कहते लै अज नानक बोलू, आखो सतनाम पता लगू।
ਦੁਨੀਆ ਨੇ ਕਿੰਨਾ ਡਰਾਮਾ ਕੀਤਾ ਜੀ, ਵੇਖੋ ਕੀ ਕੁਛ ਨਹੀਂ ਹੋਇਆ ਰੱਬ ਨਾਲ। ਇਹ ਸੁਣ ਕੇ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਕੁਝ ਆਪਣੇ ਤਨ ਤੇ ਹੰਢਾ ਕੇ ਵਿਖਾਇਆ। ਬੰਦਿਆ ਇਸ ਚੀਜ਼ ਵਿੱਚ ਹੈ ਹੀ ਕੁਛ ਨਹੀਂ। ਕਿਹੜੀ ਦੁਨੀਆ ਨੂੰ ਸੱਚੀ ਮੰਨੀ ਫਿਰਦਾ ਹੈ, ਇਹ ਝੂਠ ਦਾ ਹੀ ਪਲੰਦਾ ਹੈ। ਆਇਆ ਮੁੱਲਾ, ਮੰਤਰ ਪੜ੍ਹੇ, ਨਮਾਜ਼ ਪੜ੍ਹੀ ਉਹਨੇ ਆਪਣੀ, ਆਇਤਲ ਕੁਰਸੀ ਪੜ੍ਹਦਾ, ਪੜ੍ਹ ਕੇ ਉਹ ਆਪਣੀਆਂ ਰੂਹਾਂ ਨੂੰ ਯਾਦ ਕਰਦਾ ਹੈ ਵੀ ਨਾਨਕ ਤੇ ਜਿਸ ਦਾ ਵੀ ਪਰਛਾਵਾਂ ਉਹ ਛੱਡ ਕੇ ਚਲੀ ਜਾਏ। ਜੋ ਜਿਨਾਤ ਹੈ, ਜੋ ਚੀਜ਼ ਹੈ, ਜੋ ਪ੍ਰੇਤ ਆਤਮ ਹੈ, ਜੋ ਹਮਜ਼ਾਤ ਹੈ, ਨਾਨਕ ਦਾ ਖਹਿੜਾ ਛੱਡਦਾ ਹੈ। ਕਦੇ ਉਹ ਪੈਰਾਂ ਵਾਲੇ ਪਾਸੇ ਆ ਕੇ ਬਹਿੰਦਾ ਹੈ ਕੁਤਬਦੀਨ ਮੁੱਲਾ, ਕਦੇ ਸਿਰ ਵਾਲੇ ਪਾਸੇ, ਬੜੀਆਂ ਆਵਾਜ਼ਾਂ ਮਾਰਦਾ ਹੈ। ਉਹ ਥਾਰ ਨੂੰ ਸੋਟੀ ਨਾਲ ਕੀਲਦਾ ਏ। ਤਾਨ ਸਭਿਆਨ शरीर के ऊपर बेगम ही अवनी पै आहें। ਹੁਣ ਵੇਖਦਾ ਏ ਵੀ ਮੁੱਲਾ ਵੀ ਚਾਦਰਾਂ ਉੱਤੇ ਲਿਆ ਪਏ ਧਰਤੀ ਤੇ ਨੇ, ਨਾ ਹੇਠਾਂ ਕੁਛ ਵਿਛਾਇਆ। ਸੁਭਾਵਕ ਹੈ ਧਰਤੀ ਤੇ ਕੀੜੀਆਂ ਵੀ ਫਿਰਦੀਆਂ ਨੇ, ਕੀਟ ਕੀਟਾਣੂ ਵੀ ਹੈਗੇ ਆ, ਪਰ ਨਾਨਕ ਜੀ ਤੇ ਇਦਾਂ ਪਏ ਨੇ ਜਿਵੇਂ ਸਰੀਰ ਛੱਡਿਆ ਹੋਵੇ, ਪਤਾ ਹੀ ਨਹੀਂ ਚੱਲਦਾ। ਕੋਈ ਬੰਦਾ ਸੁੱਤਾ ਪਿਆ ਜਿੱਡਾ ਮਰਜ਼ੀ ਦੇਸੀ, ਜਿੱਡਾ ਮਰਜ਼ੀ ਸਿੱਧਾ, ਮਾੜਾ ਮੋਟਾ ਤੇ ਹਿਲਦਾ ਹੀ ਹੈ। ਉਹਦੀ ਸੋਚੀ ਵੀ ਹੁੰਦੀ, ਪਾਗਲ ਨੂੰ ਵੀ ਪਤਾ ਹੁੰਦਾ ਆਪਣੇ ਸਰੀਰ ਦਾ, ਪਰ ਉਹ ਹੈਰਾਨ ਹੈ ਵੀ ਨਾਨਕ ਜੀ ਚੁੱਪ ਚਪੀਤੇ ਪਏ ਨੇ, ਮੈਂ ਕੋਲ ਖੜ ਕੇ ਮੰਤਰ ਪੜ੍ਹਦਾ, ਇਹਨੂੰ ਫਰਕ ਹੀ ਪੈਂਦਾ ਕੋਈ। ਸੁਭਾਵਿਕ ਗੱਲ ਆ, ਸਾਡੇ ਕੋਲ ਕੋਈ ਆਵੇ ਆਪਾਂ ਉੱਠ ਕੇ ਇੱਕ ਵਾਰ ਲੋਈ ਤੋਂ ਬਾਹਰ ਸਿਰ ਕੱਢ ਕੇ ਵੇਖ ਕੌਣ ਆਇਆ, ਜਾਣ ਪਛਾਣ ਕਿ ਨਹੀਂ ਹੈ, ਚਲੋ ਕੋਈ ਨਹੀਂ। ਪਰ ਗੁਰੂ ਸਾਹਿਬ ਉਹ ਤੇ ਜਾਣਦੇ, ਸਭ ਕੁਛ ਜਾਣਦੇ। ਮੁੱਲਾ ਨੇ ਉੱਚੀ ਉੱਚੀ ਮੰਤਰ ਪੜ੍ਹੇ, ਕਦੇ ਰੁੱਖ ਵੱਲ ਵੇਖਦਾ, ਗੇੜੀਆਂ ਲਾਉਂਦਾ ਉਸੇ ਪਾਸੇ। ਉਹ ਵਿਖਾਉਣਾ ਚਾਹੁੰਦਾ ਵੀ ਮੈਂ ਨਾਨਕ ਨੂੰ ਹੁਣੇ ਠੀਕ ਕਰ ਦਿੰਦਾ। ਪੂਰਾ ਉਹਨੇ ਯਤਨ ਕੀਤਾ ਏ। ਮਾਨਵ ਆਨ ਭਏ ਇਕੱਠੇ, ਬਹੁ ਬੈਨ ਸੁਣੇ ਸ਼ਰੁਤ ਐਸੀ ਚਾਹੇ। ਕਹਿੰਦੇ ਜਦੋਂ ਵੇਖਿਆ ਨਾ ਮੁੱਲਾ ਨੇ ਆਸੇ ਪਾਸੇ, ਬੜਾ ਖੁਸ਼ ਹੋਇਆ। 100-150 ਬੰਦਾ ਪਿੰਡ ਦਾ ਇਕੱਠਾ ਹੋ ਗਿਆ। ਸੱਚੀ ਦੁਨੀਆ ਬਹੁਤ ਵਿਹਲੀ ਹੈ। ਐਵੇਂ ਤਾਂ ਭੁਲੇਖਾ ਰੱਖਿਆ ਕਰੋ ਵੀ ਫੇਸਬੁੱਕ ਤੇ ਲਾਈਵ ਹੋਈ ਹਜ਼ਾਰਾਂ ਬੰਦੇ ਆ ਜਾਂਦੇ, ਇੱਥੇ ਤੇ ਕਿਤੇ JCB ਲੱਗੀ ਹੋਵੇ 25 ਬੰਦੇ ਵੇਖਣ ਵਾਲੇ ਖੜੇ ਹੁੰਦੇ ਕੋਲੇ ਵੀਡੀਓ ਆ ਕੇ ਕੱਟਦੀ। ਇੰਨੇ ਵਿਹਲੇ ਲੋਕ ਨੇ। ਹੁਣ ਜਿਸ ਵੇਲੇ ਨਾਨਕ ਜੀ ਦੇ ਕੋਲ ਮੁੱਲਾ ਜੀ ਆਏ ਨੇ ਪਿੰਡ 'ਚ, ਕਿਹੜੇ ਵੇਲੇ ਖਬਰ ਪਹੁੰਚ ਗਈ, ਕਦੋਂ ਆ ਕੇ ਲੋਕਾਂ ਨੇ ਘੇਰੇ ਪਾ ਲਏ। ਕਹਿੰਦੇ ਦੁਨੀਆ ਏਦਾਂ ਵੇਖੇ ਜਿਵੇਂ ਕੋਈ ਜਾਦੂਗਰ ਜਾਦੂ ਕਰਦਾ, ਤਮਾਸ਼ਾ ਕਰਦਾ ਹੈ। ਪਿਤਾ ਜੀ ਬੜੇ ਹੈਰਾਨ, ਕਹਿੰਦੇ ਜਿਹੜਾ ਨਹੀਂ ਜਲੂਸ ਨਿਕਲਣਾ ਸੀ ਅੱਜ ਉਹ ਵੀ ਨਿਕਲ ਗਿਆ। ਸਤਿਨਾਮ ਸਾਰਾ ਹੀ ਪਿੰਡ ਇਕੱਠਾ ਹੋ ਗਿਆ। ਪਰ ਮੁੱਲਾ ਬੜਾ ਖੁਸ਼ ਸੀ ਵੀ ਜੇ ਅੱਜ ਨਾਨਕ ਠੀਕ ਹੋ ਗਏ ਨਾ, ਨਾਨਕ ਸਿਆਣਾ ਬੜਾ, ਲੋਕੀ ਦੀ ਤਾਰੀਫ ਬੜੀ ਕਰਦੇ ਤੇ ਆਪਣੀ ਬੱਲੇ ਬੱਲੇ ਆ। ਹਰ ਬੰਦਾ ਆਪਣੀ ਮਾਰਕੀਟ 'ਚ ਲਗਾਉਂਦਾ ਫਿਰਦਾ ਹੈ, ਹਰ ਬੰਦਾ ਕੋਸ਼ਿਸ਼ ਕਰਦਾ ਇਕੱਠ ਵਿੱਚ ਜਾ ਕੇ ਮੈਂ ਬੋਲਾਂ, ਲੋਕ ਮੇਰੇ ਬਾਰੇ ਜਾਣਨ, ਮੈਂ ਕਿਹੜੀ ਦੂਰ। ਹੁਣ ਮੁੱਲਾ ਜੀ ਨੇ ਕਈ ਮੰਤਰ ਪੜ੍ਹੇ, ਕਹਿੰਦੇ ਨਾਨਕ ਜੀ ਨੇ ਪੈਰ ਦਾ ਅੰਗੂਠਾ ਵੀ ਨਹੀਂ ਹਿਲਾਇਆ, ਉਹਨੂੰ ਵੀ ਥਰਕਾਇਆ ਨਾ। ਹੀਰ ਹੈਰਾਨ ਸਮਾਨ ਤਬੈ, ਮਨ ਹੋਏ ਹੈਰਾਨ ਸੋ ਵਾਕ ਕਹੈ। ਕਹਿੰਦੇ ਮੁੱਲਾ ਨੇ ਫਿਰ ਆਵਾਜ਼ ਮਾਰੀ, ਕਹਿੰਦਾ ਨਾਨਕ ਜੀ ਉਠੋ। ਨਾਨਕ ਜੀ ਨਹੀਂ ਉੱਠੇ। ਮੁੱਲਾ ਨੇ ਲੋਕਾਂ ਗੜੀ ਵੇਖਿਆ, ਸ਼ਰਮਿੰਦਾ ਜਿਹਾ ਹੋ ਗਿਆ ਵੀ ਜੀ ਯਾਰ ਨਾ ਹੀ ਉੱਠਿਆ, ਫਿਰ ਇਹ ਕੀ ਪੰਗਾ ਹੈ। ਹੁਣ ਤੇ ਸਾਰਾ ਜ਼ਮਾਨਾ ਇਕੱਠਾ ਹੋ ਗਿਆ, ਸਾਰੇ ਲੋਕ ਵੇਖਦੇ, ਜੇ ਨਾਨਕ ਨਾ ਉੱਠਿਆ ਲੋਕ ਕਹਿਣਗੇ ਮੁੱਲਾ ਤੇਰੇ ਕੋਲ ਕੁਛ ਨਹੀਂ ਭਾਈ। ਹੁਣ ਤੇ ਆਨ ਸ਼ਾਨ ਬਣ ਗਈ ਨਾ, ਇੱਜ਼ਤ ਦਾ ਮਸਲਾ। ਹੁਣ ਤੇ ਮੁੱਲਾ ਦੀ ਬਾਜਾ ਮਾਰੀ ਜਾਵੇ ਅੰਦਰੋਂ ਅੰਦਰ, ਕੋਲ ਆ ਕੇ ਨਾ ਕੰਨ ਕੋਲੇ ਵੀ ਬੋਲਦਾ, ਕਹਿੰਦਾ ਪੁੱਤ ਉੱਠ ਲੈ, ਇੱਜ਼ਤ ਰੱਖ ਲਾ। ਹੁਣ ਉੱਠੇਗਾ ਨਹੀਂ ਉੱਠੇਗਾ। ਹੁਣ ਲੋਕਾਂ ਨੂੰ ਲੱਗਦਾ ਵੀ ਮੁੱਲਾ ਕਿਤੇ ਮੰਤਰ ਪੜ੍ਹਦਾ ਮਹਾਰਾਜ ਦੇ ਕੰਨ ਕੋਲ ਜਾ ਕੇ, ਉਹ ਕਹਿੰਦਾ ਮਿੰਤ ਤਰਲਾ ਕਰਦਾ ਤੇਰਾ ਬਾਬਾ ਉੱਠ ਜਾ। ਇੱਕ ਤੋਂ 2 ਵਾਰ ਮੁੱਲਾ ਬੋਲਿਆ ਕੋਲੇ ਜਾ ਕੇ। ਕਹਿੰਦੇ ਆਪਾਂ ਬੋਲਦੇ ਆ ਨਾ ਵੀ ਕੰਨ ਤੇ ਜੂੰ ਨਹੀਂ ਸਰਕੀ, ਮਰਦ ਨੂੰ ਖੁਸ਼ ਹੁੰਦਾ। ਗੁਰੂ ਸਾਹਿਬ ਹਿੱਲੇ ਵੀ ਨਾ ਤੇ ਮੁੱਲਾ ਜ਼ੋਰ ਲਾ ਕੇ ਅੱਡੀ ਚੋਟੀ ਦਾ ਹਟ ਗਿਆ। ਜਿਹਦੇ ਬੜੀਆਂ ਕਲਮਾਂ ਪੜੀਆਂ, ਬੜੇ ਕਲਮੇ ਪੜੇ ਕੁਰਾਨ ਦੇ, ਬੜੀਆਂ ਮਜ਼ੀਦਾਂ ਯਾਦ ਕੀਤੀਆਂ ਸੀ, ਸਭ ਨੂੰ ਉੱਚੀ ਉੱਚੀ ਬੋਲ ਕੇ ਪੜਦਾ ਏ। ਬਿੱਟ ਜਾਇ ਕੇ ਮੁੱਲਾ ਨੇ ਦੁਆਈ ਕਰੀ ਬੈਸਟਿਗ, ਤੁਮ ਪਰ ਮਿਹਰ ਸੋ ਪਰਵਰਦਗਾਰ ਕੀ। ਆਖਿਰਕਾਰ ਕਹਿੰਦੇ ਜੀ ਫਿਰ ਮੁੱਲਾ ਨਾ ਗੋਡੇ ਮੁੱਤੇ ਮਾਰ ਕੇ ਬਹਿ ਗਿਆ। ਮੁਸਲਮਾਨ ਲੋਕ ਅਕਸਰ ਜਦ ਬਹਿੰਦੇ ਨਮਾਜ਼ ਪੜ੍ਹਨ ਵੇਲੇ, ਉਹ ਬੈਠਣ ਵੇਲੇ ਨਾ ਆਪਣੇ ਪੰਜੇ ਪਿੱਛੇ ਕਰਕੇ ਗੋਡੇ ਮੁੱਤੇ ਮਾਰ ਕੇ ਬਹਿੰਦੇ ਆ। ਬੈਠਾ ਦੋਨੇ ਹੱਥ ਉੱਪਰ ਕਰਕੇ ਕਹਿੰਦਾ, ਹੇ ਪਰਵਰਦਗਾਰ, ਹੇ ਅੱਲਾਹ,
हे करीम अल्लाह ताला कृपा करो रहीम, इस बच्चे को ठीक करो। अर्जा करता है, अल्लाह अकबर बोलता है, बार बार बोलता है। कहते उन्हें फिर ना दुआ की रब अगे, हे परवरदिगार नानक दे सिर ते मेहर भरिया हाथ रखो, इस बच्चे को जीवन बख्शो। बैस लगो माहे भाई से मुखी, वसीकता वगैरह मुख मादरी सब निहतियार की। जिस वेले कहते उन्हें दुआ की, उन्होंने हौसला सी भी दुआ करती, हुण उठो आए नानक जी के मुख तो चादर खिंची, नानक बेटा उठो, बोलो तुसी ठीक हो, तुसी ठीक हो। एक हौसला होता है ਜਦੋਂ इस विद्या ਨੂੰ ਬੰਦਾ ਪੜ੍ਹਦਾ ਨਾ, ਇਹਦੇ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਇੱਕ ਹੌਸਲਾ ਦੇ ਕੇ ਉਹ ਚੀਜ਼ ਵਿਖਾਈ ਜਾਂਦੀ ਹੈ, ਤੂੰ ਭਾਈ ਠੀਕ ਹੈ, ਤੇਰੇ ਕੋਲ ਕੋਈ ਨਹੀਂ ਹੈ, ਤੂੰ ਉੱਠ ਸਕਦਾ ਹੈ। ਇਹ ਚੀਜ਼ਾਂ ਕਿੰਨਾ ਕਾਪੀ ਕੀਤੀਆਂ ਕ੍ਰਿਸਚਨ ਲੋਕਾਂ ਨੇ, ਤੁਸੀਂ ਵੇਖਦੇ ਨਹੀਂ ਡਰਾਮੇ ਦੇ ਚੱਲਦੇ ਹੁੰਦੇ ਨੇ, ਅੱਧਾ ਜਿੱਦਾਂ ਹਾਈ ਵੋਲਟੇਜ ਕਰੰਟ ਲੱਗਿਆ ਹੁੰਦਾ ਜੀ, ਮੁਰਦਾ ਜਿਉਦਾ ਹੋ ਗਿਆ, ਫਲਾਣਾ ਹੋ ਗਿਆ, ਤੇ ਮੁੜ ਕੇ ਉਹ ਫੜੇ ਜਾਂਦੇ ਏਅਰਪੋਰਟਾਂ ਤੇ। ਇਹ ਪਖੰਡ ਚੱਲਦਾ ਲੋਕਾਂ 'ਚ। हाँ, इन्हां लोगों ने सच नूं कॉपी कीता ते कोशिश की दिखावा करने की, क्योंकि जो दिखेगा वही दिखेगा। जिन्ना तुसीं दिखावा करोगे ना, मैं कहना बल्ले बल्ले। गुरुद्वारे आओ, हाथ जोड़ के रखो, बाहर भावें ठगी मारो, कुट्टो मारो, लोगों नूं गालां कढो, इत्थे बस वाहिगुरू जी धन तुसीं, बड़ी किरपा तुहाडे ते। आही जिहियां गल्लां करो, मैं कहना लोग कहंदे यार इह तां बंदगी बहुत है यार, इहदे नाम ही बड़ा जपदा, बड़ी गुरू दी किरपा। ते जे कोई साडे वर्गा बोले ओए सिद्धा अगे तुर, ਉਹ ਕਹਿੰਦੇ ਯਾਰ ਬਾਬੇ ਨੂੰ ਤੇ ਜਮਾ ਕਰ ਲਿਆ ਸਤਨਾਮ, ਇਹਨੂੰ ਕਿਹਨੇ ਰੱਖ ਲਿਆ ਗੁਰਦੁਆਰੇ। ਇਧਰੋਂ ਜਾਂਦੇ ਲੋਕ, ਦੁਨੀਆ ਸਿਰਫ ਦਿਖਾਵਾ ਦੇਖਦੀ ਹੈ। ਕਹਿੰਦੇ ਮੁੱਲਾ ਜੀ ਨੇ ਲੋੜ ਤੋਂ ਵੱਧ ਕੇ ਦਿਖਾਵਾ ਕੀਤਾ, ਜੋ ਕਰਦਾ ਸੀ ਠੀਕ ਸੀ, ਥੋੜਾ ਦਿਖਾਵਾ ਕਰਤਾ ਉਹਨੇ, ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਪਰ ਕਹਿੰਦੇ ਗੁਰੂ ਸਾਹਿਬ ਤਸ ਤੋਂ ਮਸ ਹੋਏ ਨਾ। ਸ਼ੁਭ ਹੈ ਸੁਭਾਉ ਭਰਿਓ ਭਾਉ ਸੋ ਸਭਿਨ ਸੰਗ, ਬਦਾਇ ਉਪਰ ਭਾਉ ਰੀਤ ਜਸ ਵਿਸਤਾਰ ਕੀ। ਸਤਿਗੁਰਾਂ ਦੇ ਮੱਥੇ ਨੂੰ ਹੱਥ ਲਾ ਕੇ ਮੁੱਲਾ ਮੰਤਰ ਜਾ ਪੜ ਕੇ ਫੇਰ ਆਖਿਆ ਕਰੇ, ਸਿਫਤ ਕਰਨ ਲੱਗ ਗਿਆ। ਹੁਣ ਕਹਿੰਦਾ ਨਾਨਕ ਤੂੰ ਬੜਾ ਸੋਹਣਾ ਬੋਲਦਾ ਸੀ ਪੁੱਤ, ਤੇਰੀ ਫਾਰਸੀ ਬੜੀ ਸੋਹਣੀ ਹੈ। ਕੋਸ਼ਿਸ਼ ਕਰਦਾ ਯਾਰ ਜੇ ਤਾਰੀਫ ਤਰੂਫ ਸੁਣ ਕੇ ਉੱਠ ਜੇ, ਕਿਤੇ ਬੰਦਾ ਖੁਸ਼ੀ ਹੋ ਜੇ, ਕਿਉਂਕਿ ਉਹ ਨਹੀਂ ਜਾਣਦਾ ਨੇ ਕੌਣ ਨੇ ਇਹ। ਸਿਰਫ ਇੰਨਾ ਕੁ ਪਤਾ ਸੀ ਕਿ ਇਹ ਬੱਚਾ ਫਾਰਸੀ ਬੜੀ ਸੋਹਣੀ ਗਾਉਂਦਾ ਹੈ, ਬੜੀ ਸੋਹਣੀ ਪੜ੍ਹਦਾ ਹੈ, ਇਹ ਬੁੱਧੀਵਾਨ ਬੜਾ ਹੈ, ਨੌਲੇਜਫੁਲ ਬੜਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿਫਤ ਕਰਦਾ ਮੁੱਲਾ, ਕਹਿੰਦਾ ਨਾਨਕ ਤੇਰੀ ਤੇ ਸਿਫਤ ਘਰ ਘਰ ਹੁੰਦੀ ਹੈ, ਤੂੰ ਕਿਹੜਾ ਰੂਪ ਬਣਾ ਲਿਆ, ਕਿਹੜਾ ਵੇਖ ਬਣਾ ਲਿਆ, ਦੱਸ ਤੈਨੂੰ ਕੀ ਦੁੱਖ ਤਕਲੀਫ ਹੈ, ਤੈਨੂੰ ਕੌਣ ਸਤਾਉਂਦਾ ਏ। ਆਨੰਦ ਦੇ ਤੂਸ਼ਣ ਕੋ ਕਾਰਨ ਹੈ ਕੌਣ ਪਨੋ, ਫੇਰ ਤੁਮੇ ਤਾਤ ਸ਼ੁੱਧ ਤਵੀ ਕਰ ਬਾਰ ਕੀ। ਜਦੋਂ ਕਹਿੰਦੇ ਸਤਿਗੁਰ ਨਹੀਂ ਬੋਲੇ ਨਾ, ਫਿਰ ਮੁੱਲਾ ਨੇ ਧੂਫਾਂ ਦੀਆਂ ਨੱਕ ਗੋਲੇ ਕੀਤੀਆਂ ਵੀ ਚੱਲ ਜੇ ਧੂਏ ਨਾਲੇ ਉੱਠ ਜੇ। ਅੰਤਰੇ ਲੋਕ ਕਰਦੇ ਆ, ਤੁਸੀਂ ਵੇਖੋ ਤੇ ਸਹੀ, ਇੰਨੀਆਂ ਧੂਫਾਂ ਲਾਈਆਂ, ਪਤਾ ਕਿ ਜਦੋਂ ਗੂਗਲ ਲੱਗੀ ਹੋਊਗੀ ਚੰਗੇ ਭਲੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਬੰਦਾ ਸੋਚਦਾ ਕੁਛ ਹੈ, ਖਿਆਲ ਕੁਛ ਹੁੰਦੇ ਆ। ਧੂਆਂ ਇਹੋ ਜਿਹੀ ਚੀਜ਼ ਹੈ, ਬੰਦੇ ਦੇ ਖਿਆਲਾਂ ਨੂੰ ਬਦਲ ਕੇ ਰੱਖ ਦਿੰਦਾ ਹੈ। ਮੈਂ ਬੜਿਆਂ ਦੇ ਧੱਕੇ ਚੜ ਕੇ ਵੇਖਿਆ ਹੈ ਕੁਛ, ਕਿਉਂਕਿ ਇਹਨਾਂ ਚੀਜ਼ਾਂ ਨੂੰ ਜਦੋਂ ਵਿੱਚ ਡੀਪ ਜਾ ਕੇ ਵੇਖੀ ਫੇਰ ਸਮਝ ਆਉਂਦੀ ਦੁਨੀਆ ਕਿੱਥੇ ਖੜੀ ਹੈ, ਸੱਚ ਕੀ ਹੈ, ਧਰਮ ਕੀ ਹੈ। ਜਦ ਤੱਕ ਤੁਸੀਂ ਸ਼ਰਧਾ ਰੱਖ ਕੇ ਚੀਜ਼ਾਂ ਵੇਖੋਗੇ, ਤੁਸੀਂ ਧਰਮ ਨੂੰ ਕਦੇ ਨਹੀਂ ਮੰਨ ਸਕਦੇ। ਫਿਰ ਜਾਓਗੇ ਮੱਥੇ ਟੇਕਦੇ ਥਾਂ ਥਾਂ। ਜਦ ਤੁਸੀਂ ਤੀਕਸ਼ਣ ਬੁੱਧੀ ਲੈ ਕੇ ਜਾਓਗੇ ਨਾ, ਕਟਾਕਸ਼ ਕਰਨ ਵੀ ਚੰਗਾ, ਵੀ ਜੇ ਤੂੰ ਮੇਰਾ ਫਿਊਚਰ ਦੱਸ ਸਕਦਾ ਨਾ, ਕੱਲ ਮੇਰੇ ਨਾਲ ਕੀ ਹੋਇਆ ਇਹ ਦੱਸ, ਵੀ ਪਿਛਲੇ ਮਹੀਨੇ ਮੇਰੇ ਨਾਲ ਕੀ ਹੋਇਆ ਉਹ ਦੱਸ। ਉਹ ਤੇ ਮੈਨੂੰ ਵੀ ਪਤਾ ਮੇਰੇ ਨਾਲ ਹੋਇਆ, ਕੱਲ ਮੇਰੇ ਨਾਲ ਕੀ ਹੋਣਾ ਤੂੰ ਕਿੱਥੇ ਜਾਣਾ ਜਦੋਂ ਮੈਨੂੰ ਨਹੀਂ ਪਤਾ, ਤੈਨੂੰ ਕੋਈ ਦੱਸ ਸਕਦਾ। ਕੋਈ ਬੰਦਾ ਹੈ ਜੋ ਬੁਰਾਈ ਨੂੰ ਦੂਰ ਕਰਦੇ, ਮਾੜੀਆਂ ਰੂਹਾਂ ਦਾ ਛਾਇਆ ਦੂਰ ਕਰਦਾ ਹੈ। ਕਹਿੰਦੇ ਜਦੋਂ ਸਾਰੀਆਂ ਗੱਲਾਂ ਕਰਕੇ ਵੇਖੀਆਂ, ਗੁਰੂ ਨਾਨਕ ਸਾਹਿਬ ਦੇ ਨੱਕ ਕੋਲ ਧੂਫਾਂ ਦਾ ਧੂਆਂ ਕਰਦਾ। ਜਦ ਆਪਾਂ ਤਵਾਰੀਖ ਗੁਰੂ ਖਾਲਸਾ ਪੜ੍ਹਦੇ ਉੱਥੇ ਪ੍ਰਸੰਗ ਬੜਾ ਖੋਲਿਆ ਹੋਇਆ ਹੈ। ਕਹਿੰਦੇ ਧੂਆਂ ਕਰ ਕਰਕੇ ਵੇਖੇ ਵੀ ਚੱਲ ਜੇ ਕਿਤੇ ਮਾੜਾ ਮੋਟਾ ਹਿੱਲ ਜੁਲ ਜਾਵੇ, ਹਿੱਲਦਾ ਇਹ ਬੋਲਦਾ ਵੀ। ਜਦ ਨਹੀਂ ਬੋਲੇ ਨਾ ਸਤਿਗੁਰ, ਫਿਰ ਪਤਾ ਹੁਣ ਉਹਨੇ ਨਾਨਕ ਕਹਿਣਾ ਛੱਡਤਾ। ਕਹਿੰਦਾ ਕਿਹੜੀ ਬਲਾ ਏ, ਕਿਹੜਾ ਸ਼ੈਤਾਨ ਹੈ, ਉਹ ਕਿਹੜੀ ਚੀਜ਼ ਹੈ, ਕਿਹੜੀ ਮਖਲੂਕ ਹੈ ਜਿਹੜੀ ਨਾਨਕ ਇਸ ਬੱਚੇ ਦੇ ਸਰੀਰ ਵਿੱਚ ਆਈ ਤੇ ਸਰੀਰ ਤੇ ਕਾਬਜ ਹੋਈ ਹੈ। ਅੱਜ ਮੈਂ ਤੈਨੂੰ ਕੱਢ ਕੇ ਜਾਣਾ, ਆਖੋ ਸਤਨਾਮ। ਮੁੰਡਾ ਲੱਗ ਗਿਆ ਤੇਵਰ ਵਿਖਾਉਣਾ ਆਪਣੇ ਤੇ ਪਿਤਾ ਜੀ ਤੇ ਅੰਦਰੋਂ ਅੰਦਰ ਖੁਸ਼ ਨੇ, ਚੱਲ ਜੇ ਮੇਰਾ ਪੁੱਤ ਠੀਕ ਹੋ ਜੇ ਹੋਰ ਕੀ ਚਾਹੀਦਾ। ਕਹਿੰਦੇ ਜੀ ਧੂਫਾਂ ਦਾ ਕੋਈ ਅਸਰ ਨਹੀਂ, ਮੋਰ ਦੇ ਖੰਭਾਂ ਦਾ ਕੋਈ ਅਸਰ ਨਹੀਂ, ਜਲ ਦੇ ਛਿੱਟੇ ਵੀ ਦੇ ਲਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੋਲਣਾ ਤੇ ਛੱਡੋ, ਨੇਤਰ ਵੀ ਫਰ ਗਿਆ ਨਾ। ਦੋਹਰਾ
ਮਸਤ ਕਰੀ ਨਾਨਕ ਤਬੈ ਦਿਓ ਨਾ ਉਤਰ ਕੋਈ। ਕਵੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਸਤ ਕਰੀ ਨਾਨਕ ਤਬੈ, ਮਸਤ ਨਾਮ ਹੈ ਚੁੱਪੀ ਦਾ, ਜਿਵੇਂ ਤਾਲਾ ਲੱਗਿਆ ਹੋਵੇ। ਕਹਿੰਦੇ ਮੁੱਲਾ ਬੋਲ 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 2.5 ਘੰਟੇ ਹੰਭ ਗਿਆ। 2.5 ਘੰਟੇ ਥੋੜੇ ਹੁੰਦੇ ਆ ਜੀ। ਗੁਰੂ ਸਾਹਿਬ ਨੇ ਬੁੱਲ ਹਲਾਏ ਵੀ ਨਾ, ਬੋਲਣਾ ਤੇ ਦੂਰ ਦੀ ਗੱਲ, ਰੱਖੋ ਸਤਨਾਮ, ਹਲਾਏ ਵੀ ਨਾ। ਮੁੱਲਾ ਜੀ ਨੂੰ ਅੰਦਰੋਂ ਫਿਕਰ ਪੈ ਗਿਆ ਵੀ ਨਾਨਕ ਦਾ ਤੇ ਪਤਾ ਨਹੀਂ ਕੁਝ ਹੋਣਾ ਨਹੀਂ ਹੋਣਾ, ਪਰ ਆਪਣੀ ਬਦਨਾਮੀ ਜ਼ਰੂਰ ਹੋ ਜੂਗੀ। ਲੋਕੀ ਕਹਿਣਗੇ ਮੁੱਲਾ ਤੇ ਹੈ ਹੀ ਕੁਝ ਨਹੀਂ, ਐਵੇਂ ਲੋਕਾਂ ਨੂੰ ਪਖੰਡ ਪਿੱਛੇ ਲਾਈ ਫਿਰਦਾ ਮੁੱਲਾ ਮੰਤਰ ਪੜ ਪੜ ਕੇ। ਜੇ ਮੁੱਲਾ ਕੁਝ ਕਰ ਸਕਦਾ ਸੀ, ਕਿਉਂਕਿ ਇਹ ਕਰ ਗੁਜ਼ਰਨ ਦਾ ਸਮਾਂ ਹੈ, ਜੇ ਤੇ ਨਾਨਕ ਜੀ ਠੀਕ ਹੋ ਗਏ ਤੇ ਮੁੱਲਾ ਦੀ ਬੱਲੇ ਬੱਲੇ ਚੜਾਈ ਬਹੁਤ ਵੱਡੀ ਹੈ, ਨਹੀਂ ਪਰ ਘਾਟਾ ਬਹੁਤ ਵੱਡਾ ਹੈ, ਬਦਨਾਮੀ ਬੜੀ ਵੱਡੀ ਹੈ। ਤੇ ਮੁੱਲਾ ਦੇ ਤੇ ਵਿਚਾਰੇ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ, ਕੰਨ ਕੋਲੇ ਆ ਕੇ ਮਿੰਤਾਂ ਤਰਲੇ ਵੀ ਕਰ ਜਾਂਦਾ, ਲੋਕੀ ਕਹਿੰਦੇ ਮੰਤਰ ਪੜਦਾ ਹੈ, ਨਹੀਂ ਉੱਠੇ ਮਹਾਰਾਜ। ਮੁੱਲਾ ਨੂੰ ਫਿਕਰ ਪਿਆ ਹੋਇਆ ਹੈ ਵੀ ਮਨਾ ਮੇਰਿਆ ਹੁਣ ਤੇ ਆਪਣੀ ਰੋਟੀ ਬੇਟੀ ਦਾ ਸਵਾਲ ਬਣ ਗਿਆ। ਸਤਨਾਮ। ਲੋਕੀ ਕੀ ਕਹਿਣਗੇ? ਕਲਿਆਣ ਚੰਦ ਕਹਿਣਗੇ ਮੁੱਲਾ ਜੀ ਫਾਰਸੀ ਜ਼ਰੂਰ ਪੜਾਉਣਾ, ਤੇਰੇ ਅਰਲੇ ਪੱਲੇ ਕੱਖ ਨਹੀਂ, ਮੇਰੇ ਪੁੱਤ ਦਾ ਤੇ ਹਾਲ ਉਹੀ ਹੈ। ਕਿਉਂਕਿ ਮਰਦ ਕਹਿੰਦੇ ਬਾਣੀ ਵਿੱਚ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਆਇਆ। ਦੁਨੀਆ ਤੇ ਆਪਣੇ ਆਪ ਨੂੰ ਕੋਈ ਘੱਟ ਨਹੀਂ ਜਾਣਦਾ, ਸਭ ਕਹਿੰਦੇ ਰੱਬ ਮੈਂ ਹੀ ਪਾਲਿਆ, ਰੱਬ ਮੇਰੇ ਹੀ ਪਾਵੇ ਦੇ ਉੱਤੇ ਬੈਠਾ ਹੈ, ਉਹ ਮੇਰੇ ਕੋਲ ਹੀ ਬੈਠਾ ਹੈ, ਪਲਗੇ ਤੇ ਕੋਈ ਘੱਟ ਨਹੀਂ ਹੈ। ਸੋ ਸਮਾਂ ਸਮਾਪਤ ਹੈ, ਕੀ ਹੋਏਗਾ? ਕੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲਣਗੇ ਜਾਂ ਮੁੱਲਾ ਦੀ ਬਦਨਾਮੀ ਹੋਊਗੀ? ਜੇ ਬੋਲਣਗੇ ਕੀ ਬੋਲਣਗੇ, ਨਹੀਂ ਬੋਲਣਗੇ ਤੇ ਕਿਉਂ ਨਹੀਂ ਬੋਲਣਗੇ? ਇਹਨਾਂ ਸਾਰੇ ਪ੍ਰਕਰਨਾਂ ਨੂੰ ਬੜੇ ਵਿਸਥਾਰ ਸਹਿਤ ਸਰਵਣ ਕਰਾਂਗੇ। ਜਿਵੇਂ ਜਿਵੇਂ ਕਥਾ ਪੜਾ ਦਰ ਪੜਾ ਅੱਗੇ ਜਾਂਦੀ ਜਾਏਗੀ, ਬੜਾ ਕੁਝ ਸਮਝਾਏਗੀ ਜੀਵਨ ਵਿੱਚ, ਬੜਾ ਕੁਝ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਬੜੀ ਗੁਰੂ ਸਾਹਿਬ ਦੀ ਕਿਰਪਾ ਹੈ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਨਾ ਅਸੀਂ ਪਖੰਡ ਤੋਂ ਦੂਰ ਹੋਣਾ ਹੈ। ਜਦ ਇਹਨਾਂ ਚੀਜ਼ਾਂ ਨੂੰ ਖੋਲ ਕੇ ਸੁਣਾਂਗੇ, ਸਮਝਾਂਗੇ ਚੰਗੀ ਤਰ੍ਹਾਂ, ਫਿਰ ਦੁਨੀਆ ਦੇ ਡਰ ਭੈ ਖਤਮ ਹੋ ਜਾਂਦੇ ਨੇ ਕਿ ਗੁਰੂ ਤੋਂ ਵੱਡਾ ਕੌਣ ਹੈ ਦੁਨੀਆ ਤੇ? ਰੱਬ ਤੋਂ ਵੱਡਾ ਹੈ ਕੋਈ? ਜਦੋਂ ਹੈ ਹੀ ਕੋਈ ਨਹੀਂ ਤੇ ਫਿਰ ਡਰ ਕਾਹਦਾ ਦੁਨੀਆ ਦਾ? ਅਸੀਂ